हेलो, आवाज आ रही मेरी? हेलो। जी सर ओके। गुड इवनिंग टू ऑल। ਅੱਜ ਤੋਂ ਬਾਅਦ ਦੋ ਕਲਾਸਿਸ ਹੋਰ ਹੋਣਗੀਆਂ ਐਂਸ਼ੀਅੰਟ ਹਿਸਟਰੀ ਤੇ ਉਸ ਤੋਂ ਬਾਅਦ ਐਂਸ਼ੀਅੰਟ ਹਿਸਟਰੀ ਜੋ ਹੈ ਖਤਮ ਹੋ ਜਾਏਗੀ। ਓਕੇ ਓਕੇ, ਚਲੋ ਸਟਾਰਟ ਕਰਦੇ ਹਾਂ। ਸਭ ਨੂੰ ਪਤਾ ਹੈ ਕਿ ਆਨਸਰ ਕਿੱਥੇ ਦੇਣੇ ਆ? ਚੈਟ ਬਾਕਸ ਦੇ ਵਿੱਚ, ਜਿਹਨੂੰ ਕਮੈਂਟ ਬਾਕਸ ਵੀ ਕਹਿਣਗੇ। YouTube ਤੇ ਜੋ ਵੀਡੀਓ ਦੇਖਦੇ ਆ ਉਹ ਕਮੈਂਟ ਬਾਕਸ ਦੇ ਆਨਸਰ ਦਿਆ ਕਰੋ, ਔਰ ਜੋ ਇੱਥੇ ਲਾਈਵ ਕਲਾਸਿਸ ਲਗਾਉਂਦੇ ਆ ਉਹ ਚੈਟ ਬਾਕਸ ਦੇ ਵਿੱਚ। ਹਾਂਜੀ, ਮੈਨੂੰ ਹੈਂਡ ਰੇਜ਼ ਕੀਤਾ ਸੀ, ਇੱਕ ਵਾਰੀ ਪੁੱਛ ਲਓ ਕੀ ਡਾਊਟ ਹੈ, ਫਿਰ ਆਪਾਂ ਸਟਾਰਟ ਕਰਦੇ ਹਾਂ। ਮੀਨਾ, ਸੌਰੀ। ਹਾਂਜੀ ਮੀਨਾ, ਕੋਈ ਕੁਐਸਚਨ ਸੀ? ਓਕੇ, ਚਲੋ ਸਟਾਰਟ ਕਰਦੇ ਹਾਂ ਫਿਰ। ਨਹੀਂ ਆ। ਫਸਟ ਕੁਐਸਚਨ ਹੈ, ਭਾਰਤ ਦਾ ਪ੍ਰਾਚੀਨ ਧਾਰਮਿਕ ਗ੍ਰੰਥ ਹੈ। ਆਪਸ਼ਨ ਏ ਹੈ ਵੇਦ, ਆਪਸ਼ਨ ਬੀ ਹੈ ਰਾਮਾਇਣ। ਵੋਲਿਊਮ ਨਹੀਂ ਆ ਰਹੀ। ਆ ਰਹੀ ਹੈ ਨਾ ਹੁਣ ਵੋਲਿਊਮ? ਭਾਰਤ ਦਾ ਪ੍ਰਾਚੀਨ ਧਾਰਮਿਕ ਗ੍ਰੰਥ ਹੈ। ਆਪਸ਼ਨ ਏ ਹੈ ਵੇਦ, ਆਪਸ਼ਨ ਬੀ ਹੈ ਰਾਮਾਇਣ, ਆਪਸ਼ਨ ਸੀ ਹੈ ਮਹਾਭਾਰਤ, ਆਪਸ਼ਨ ਡੀ ਹੈ ਗੀਤਾ। ਇਹ ਆ ਰਿਹਾ ਮੋਸਟਲੀ ਆਂਸਰ। ਸੋ ਇਸ ਦਾ ਰਾਈਟ ਆਂਸਰ ਆਪਸ਼ਨ ਏ ਹੈ। ਭਾਰਤ ਦੇ ਜੋ ਪ੍ਰਾਚੀਨ ਧਾਰਮਿਕ ਗ੍ਰੰਥ ਨੇ ਉਹ ਵੇਦ ਨੇ। ਰਿਗਵੇਦ, ਸਾਮਵੇਦ, ਯਜੁਰਵੇਦ ਔਰ ਅਥਰਵਵੇਦ, ਇਹ ਚਾਰ ਵੇਦ ਸੀ। ਰਾਮਾਇਣ ਜੋ ਹੈ ਉਹ ਭਗਵਾਨ ਰਾਮ ਦੀ ਕਹਾਣੀ ਹੈ, ਔਰ ਮਹਾਭਾਰਤ ਕੌਰਵਾਂ ਪਾਂਡਵਾਂ ਦੀ ਲੜਾਈ ਬਾਰੇ ਹੈ, ਔਰ ਗੀਤਾ ਜੋ ਹੈ ਮਹਾਭਾਰਤ ਦੇ ਯੁੱਧ ਦੇ ਸਮੇਂ ਭਗਵਾਨ ਕ੍ਰਿਸ਼ਨ ਦੁਆਰਾ ਅਰਜੁਨ ਨੂੰ ਦਿੱਤਾ ਗਿਆ ਇੱਕ ਉਪਦੇਸ਼ ਸੀ। ਠੀਕ ਹੈ, ਅੱਜ ਦੀ ਜੋ ਵੀਡੀਓ ਚੱਲ ਰਹੀ ਹੈ ਉਹਦੇ ਵਿੱਚ ਆਪਾਂ ਬੇਸਿਕਲੀ ਸਾਰੀਆਂ ਆਪਸ਼ਨਾਂ ਨੂੰ ਹੀ ਦੇਖਾਂਗੇ ਕਿ ਸਾਰੀਆਂ ਆਪਸ਼ਨਾਂ ਦੇ ਵਿੱਚ ਕੀ ਕੀ ਦਿੱਤਾ ਹੋਇਆ। ਇਸ ਦੇ ਨਾਲ ਤੁਹਾਡੀ ਜੋ ਨੌਲੇਜ ਹੈ ਉਹ ਹੋਰ ਵੀ ਇੰਪਰੂਵ ਹੋਏਗੀ। ਠੀਕ ਹੈ, ਬੇਸਿਕਲੀ ਜੋ ਵੀ ਬੱਚੇ ਐਸਪੀਰੈਂਟ ਹੁੰਦੇ ਆ ਕਿਸੇ ਨਾ ਕਿਸੇ ਐਗਜ਼ਾਮ ਦੇ, ਉਹ ਕੀ ਕਰਦੇ ਆ, ਜਦੋਂ ਵੀ ਮੌਕ ਲਗਾਉਂਦੇ ਆ ਉਹ ਚਾਰੇ ਆਪਸ਼ਨ ਨੂੰ ਹੀ ਦੇਖਦੇ ਆ। ਸੋ ਉਹੀ ਮੈਥਡ ਮੈਂ ਅੱਜ ਦੀ ਵੀਡੀਓ ਦੇ ਵਿੱਚ ਯੂਜ਼ ਕਰਾਂਗਾ ਕਿ ਜੋ ਵੀ ਆਪਸ਼ਨ ਦਿੱਤੀਆਂ ਹੋਣਗੀਆਂ ਉਹਨਾਂ ਚਾਰਾਂ ਬਾਰੇ ਹੀ ਆਪਾਂ ਡਿਸਕਸ ਕਰਾਂਗੇ, ਤਾਂ ਕਿ ਤੁਹਾਡਾ ਜੋ ਨੌਲੇਜ ਹੈ ਉਹ ਇੰਪਰੂਵ ਹੋਏ। ਸੈਕਿੰਡ ਕੁਐਸਚਨ ਹੈ, ਵੇਦਾਂ ਦੀ ਗਿਣਤੀ ਕਿੰਨੀ ਹੈ ਜਾਂ ਵੇਦ ਕਿੰਨੇ ਹਨ? ਆਪਸ਼ਨ ਏ ਹੈ 1, ਆਪਸ਼ਨ ਬੀ ਹੈ 4, ਆਪਸ਼ਨ ਸੀ ਹੈ 18, ਆਪਸ਼ਨ ਡੀ ਹੈ 108। ਚਾਰ ਆ ਰਿਹਾ ਆਂਸਰ। ਸੋ ਇਸ ਦਾ ਰਾਈਟ ਆਂਸਰ ਹੈ ਵੇਦ ਜੋ ਹੈ 4 ਆ, ਔਰ 18 ਜੋ ਹੈ ਪੁਰਾਣ ਨੇ, ਔਰ 108 ਕੀ ਨੇ? ਉਪਨਿਸ਼ਦ 108 ਨੇ। ਰਿਗਵੇਦ ਵਿੱਚ ਕਿੰਨੇ ਮੰਡਲ ਅਤੇ ਸੂਕਤ ਹਨ? ਆਪਸ਼ਨ ਏ ਹੈ 4 ਅਤੇ 15, ਆਪਸ਼ਨ ਬੀ ਹੈ 10 ਅਤੇ 1000, ਆਪਸ਼ਨ ਸੀ ਹੈ 10 ਅਤੇ 1028, ਆਪਸ਼ਨ ਡੀ ਹੈ 10 ਅਤੇ 928। ਦੋ ਚੀਜ਼ਾਂ ਪੁੱਛੀਆਂ, ਇੱਕ ਤਾਂ ਮੰਡਲ ਔਰ ਇੱਕ ਸੂਕਤ। ਸੀ ਔਰ ਡੀ ਆ ਰਿਹਾ। ਕੁਲਵੀਰ ਕੌਰ ਦਾ ਡੀ ਆਇਆ ਮੋਸਟਲੀ, ਬਾਕੀ ਸਭ ਦਾ ਸੀ ਆ ਰਿਹਾ। ਸੋ ਇਸ ਦਾ ਰਾਈਟ ਆਂਸਰ ਆਪਸ਼ਨ ਸੀ ਹੈ। ਰਿਗਵੇਦ ਦੇ ਵਿੱਚ 10 ਮੰਡਲ ਔਰ 1028 ਸੂਕਤ ਨੇ। ਠੀਕ ਹੈ, ਚੌਥਾ ਕੁਐਸਚਨ ਹੈ, ਰਿਗਵੇਦ ਦੇ ਮੁੱਖ ਦੇਵਤਾ ਹਨ। ਆਪਸ਼ਨ ਏ ਹੈ ਸ਼ਿਵ ਅਤੇ ਵਿਸ਼ਨੂੰ, ਆਪਸ਼ਨ ਬੀ ਹੈ ਇੰਦਰ ਅਤੇ ਰਾਮ, ਆਪਸ਼ਨ ਸੀ ਹੈ ਇੰਦਰ ਅਤੇ ਅਗਨੀ, ਆਪਸ਼ਨ ਡੀ ਹੈ ਅਗਨੀ ਅਤੇ ਸ਼ਿਵ। ਸੀ ਆ ਰਿਹਾ ਮੋਸਟਲੀ, ਔਰ ਇੱਕ ਆਂਸਰ ਪ੍ਰਭਦੀਪ ਦਾ ਇਹ ਆਇਆ। ਸੋ ਇਸ ਦਾ ਰਾਈਟ ਜੋ ਆਂਸਰ ਹੈ ਆਪਸ਼ਨ ਸੀ ਹੈ। ਰਿਗਵੇਦ ਦੇ ਜੋ ਮੁੱਖ ਦੇਵਤਾ ਸੀ ਇੰਦਰ ਅਤੇ ਅਗਨੀ ਸੀ। ਅਗਰ ਆਪਾਂ ਗੱਲ ਕਰੀਏ, ਇੰਦਰ ਉੱਪਰ ਜੋ ਹੈ 250 ਤੇ ਅਗਨੀ ਉੱਪਰ 200 ਰਿਚਾਵਾਂ ਲਿਖੀਆਂ ਗਈਆਂ ਨੇ ਰਿਗਵੇਦ ਦੇ ਵਿੱਚ। ਇੰਦਰ ਉੱਪਰ 250, 250, 50 ਔਰ ਅਗਨੀ ਉੱਪਰ 200 ਰਿਚਾਵਾਂ ਜੋ ਆ ਰਿਗਵੇਦ ਦੇ ਵਿੱਚ ਲਿਖੀਆਂ ਹੋਈਆਂ ਨੇ। ਠੀਕ ਹੈ,
ਪੰਜਵਾਂ ਕੁਐਸਚਨ ਹੈ ਮੰਤਰਾਂ ਅਤੇ ਬਲੀ ਦੇ ਨਿਯਮਾਂ ਬਾਰੇ ਜਾਣਕਾਰੀ ਮਿਲਦੀ ਹੈ। ਆਪਸ਼ਨ ਏ ਹੈ ਰਿਗਵੇਦ ਵਿੱਚ, ਆਪਸ਼ਨ ਬੀ ਹੈ ਸਾਮਵੇਦ ਵਿੱਚ, ਆਪਸ਼ਨ ਸੀ ਹੈ ਯਜੁਰਵੇਦ ਵਿੱਚ, ਆਪਸ਼ਨ ਡੀ ਹੈ ਅਥਰਵਵੇਦ ਵਿੱਚ। ਜੋ ਵੀ ਕੁਐਸਚਨ ਵਿੱਚ ਕਿਸੇ ਨੂੰ ਡਾਊਟ ਹੋਏ ਉਹ ਕੁਐਸਚਨ ਨੰਬਰ ਨੋਟ ਕਰ ਲੈਣਾ। ਆਫਟਰ ਜਿੰਨੇ ਜੋ ਵੀ ਕੁਐਸਚਨ ਮੈਂ ਪਾਏ ਹੋਏ ਆ ਉਹਨਾਂ ਤੋਂ ਬਾਅਦ ਤੁਹਾਡੇ ਡਾਊਟ ਲਏ ਜਾਣ। ਬੀ ਔਰ ਏ ਆ ਰਿਹਾ। ਜੋ ਮੰਤਰਾਂ ਅਤੇ ਬਲੀ ਦੇ ਨਿਯਮਾਂ ਬਾਰੇ ਕਿਹੜੇ ਵੇਦ ਵਿੱਚ ਲਿਖਿਆ ਗਿਆ? ਸੋ ਇਸ ਦਾ ਰਾਈਟ ਆਨਸਰ ਆਪਸ਼ਨ ਸੀ ਹੈ। ਯਜੁਰਵੇਦ ਵਿੱਚ ਜੋ ਹੈ ਮੰਤਰਾਂ ਅਤੇ ਬਲੀ ਬਾਰੇ ਲਿਖਿਆ ਗਿਆ ਹੈ, ਕਿਉਂਕਿ ਯਜੁਰਵੇਦ ਜੋ ਹੈ ਯੱਗਾਂ ਦੇ ਨਿਯਮਾਂ ਦੇ ਬਾਰੇ ਜਾਣਕਾਰੀ ਦਿੰਦਾ ਹੈ। ਯੱਗ ਬਾਰੇ ਤਾਂ ਪਤਾ ਹੀ ਹੈ ਨਾ ਤੁਹਾਨੂੰ ਸਭ ਨੂੰ, ਕਿ ਯੱਗ ਦੇ ਵਿੱਚ ਆਹੂਤੀਆਂ ਦਿੱਤੀਆਂ ਜਾਂਦੀਆਂ ਨੇ ਔਰ ਆਹੂਤੀਆਂ ਦੇਣ ਵੇਲੇ ਹੀ ਮੰਤਰਾਂ ਦਾ ਉਚਾਰਨ ਹੁੰਦਾ ਹੈ। ਬਲੀਆਂ ਵੀ ਦਿੱਤੀਆਂ ਜਾਂਦੀਆਂ। ਬਲੀ ਦੇ ਸਮੇਂ ਪਹਿਲਾਂ ਤਾਂ ਪਸ਼ੂਆਂ ਦੀ ਬਲੀ ਦਿੱਤੀ ਜਾਂਦੀ ਸੀ। ਹੁਣ ਵੀ ਕਿਸੇ ਨਾ ਕਿਸੇ ਦੇ ਵਿੱਚ ਜੋ ਸਟੇਟ ਦੇ ਵਿੱਚ ਜੋ ਹੈ ਪਸ਼ੂਆਂ ਦੀ ਬਲੀ ਦਿੱਤੀ ਜਾਂਦੀ ਹੈ, ਲੇਕਿਨ ਉਸ ਨੂੰ ਕਾਫੀ ਘੱਟ ਕਰ ਦਿੱਤਾ ਗਿਆ। ਇੱਕ ਵਾਰੀ ਮਾਈਕ ਸਭ ਦੇ ਅਨਮਿਊਟ ਹੋਣ ਲੱਗਿਆ, ਮੈਸੇਜ ਆ ਰਿਹਾ ਕਿ ਵੌਇਸ ਕਲੀਅਰ ਨਹੀਂ ਹੈ। ਸੋ ਇਹ ਇੱਕ ਵਾਰੀ ਕਲੀਅਰ ਕਰ ਦਿਓ, ਕਨਫਰਮ ਕਰ ਦਿਓ ਕਿ ਵੌਇਸ ਸਭ ਨੂੰ ਕਲੀਅਰ ਹੈ ਜਾਂ ਕਿਸੇ ਕਿਸੇ ਨੂੰ ਕਲੀਅਰ ਨਹੀਂ ਆ ਰਹੀ। ਓਕੇ ਓਕੇ, ਆਵਾਜ਼ ਘੱਟ ਆ ਰਹੀ ਹੈ, ਠੀਕ ਹੈ। ਓਕੇ, ਮੈਂ ਥੋੜਾ ਜਿਹਾ ਲਾਊਡਲੀ ਬੋਲਦਾ। ਜੋ ਮੰਤਰਾਂ ਅਤੇ ਬਲੀ ਦੇ ਨਿਯਮਾਂ ਬਾਰੇ ਜਾਣਕਾਰੀ ਦਿੰਦਾ ਹੈ ਉਹ ਯਜੁਰਵੇਦ ਦਿੰਦਾ ਹੈ, ਠੀਕ ਹੈ। ਯਜੁਰਵੇਦ ਦੇ ਵਿੱਚ ਹੀ ਲਿਖਿਆ ਗਿਆ ਹੈ ਯੱਗ ਕਿਵੇਂ ਕੀਤਾ ਜਾਏ, ਯੱਗ ਦੇ ਵਿੱਚ ਕਿਹੜੇ ਕਿਹੜੇ ਮੰਤਰਾਂ ਦਾ ਉਚਾਰਨ ਕੀਤਾ ਜਾਵੇ, ਉਸ ਬਾਰੇ ਯਜੁਰਵੇਦ ਦੇ ਵਿੱਚ ਜਾਣਕਾਰੀ ਮਿਲਦੀ ਹੈ। ਅੱਗੇ ਜੋ 3 ਵੇਦ ਬਚੇ ਆ ਉਹਨਾਂ ਉੱਪਰ ਕੁਐਸਚਨ ਆ, ਇਸ ਲਈ ਮੈਂ ਦੱਸ ਨਹੀਂ ਰਿਹਾ ਉਹ। 6ਵਾਂ ਕੁਐਸਚਨ ਹੈ ਕਿਹੜਾ ਵੇਦ ਗੱਦ ਅਤੇ ਪਦ ਦੋਨਾਂ ਸ਼ੈਲੀ ਵਿੱਚ ਲਿਖਿਆ ਹੋਇਆ ਹੈ? ਆਪਸ਼ਨ ਏ ਹੈ ਰਿਗਵੇਦ, ਆਪਸ਼ਨ ਬੀ ਹੈ ਸਾਮਵੇਦ, ਆਪਸ਼ਨ ਸੀ ਹੈ ਯਜੁਰਵੇਦ, ਆਪਸ਼ਨ ਡੀ ਹੈ ਕੋਈ ਵੀ ਨਹੀਂ। ਗੱਦ ਅਤੇ ਪਦ ਕਵਿਤਾ ਅਤੇ ਵਾਰਤਕ ਦੀ ਸ਼ੈਲੀ ਦੇ ਵਿੱਚ ਕਿਹੜਾ ਵੇਦ ਲਿਖਿਆ ਗਿਆ? ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਸੀ ਯਜੁਰਵੇਦ ਜੋ ਹੈ ਗੱਦ ਅਤੇ ਪਦ ਦੋਵਾਂ ਸ਼ੈਲੀਆਂ ਦੇ ਵਿੱਚ ਲਿਖਿਆ ਗਿਆ, ਠੀਕ ਹੈ। ਸੋ ਇਸ ਦਾ ਰਾਈਟ ਆਨਸਰ ਸੀ ਹੈ, ਬੀ ਆਪਸ਼ਨ ਨਹੀਂ ਹੈ। ਤੁਹਾਡੇ ਕੋਲ 10 ਸੈਕਿੰਡ ਹੋਣਗੇ ਹਰ ਕੁਐਸਚਨ ਦਾ ਆਨਸਰ ਦੇਣ ਲਈ। ਉਸ ਤੋਂ ਬਾਅਦ ਅਗਰ ਮੈਂ ਆਨਸਰ ਦੇਤਾ ਉਸ ਤੋਂ ਬਾਅਦ ਤੁਸੀਂ ਆਨਸਰ ਦਿੰਦੇ ਹੋ ਤਾਂ ਉਹਦਾ ਕੋਈ ਬੈਨੀਫਿਟ ਨਹੀਂ ਹੈ। 7ਵਾਂ ਕੁਐਸਚਨ ਹੈ ਭਾਰਤੀ ਸੰਗੀਤ ਦਾ ਜਨਕ ਹੈ? ਆਪਸ਼ਨ ਏ ਹੈ ਰਿਗਵੇਦ, ਆਪਸ਼ਨ ਬੀ ਹੈ ਰਾਮਾਇਣ, ਆਪਸ਼ਨ ਸੀ ਹੈ ਗੀਤਾ, ਆਪਸ਼ਨ ਡੀ ਹੈ ਸਾਮਵੇਦ। ਭਾਰਤੀ ਸੰਗੀਤ ਦਾ ਜਨਕ ਕਿਹੜਾ ਵੇਦ ਮੰਨਿਆ ਜਾਂਦਾ ਹੈ ਜਾਂ ਮਹਾਕਾਵਿ ਮੰਨਿਆ ਜਾਂਦਾ ਹੈ? ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਡੀ, ਸਾਮਵੇਦ ਨੂੰ ਹੀ ਭਾਰਤੀ ਸੰਗੀਤ ਦਾ ਜਨਕ ਮੰਨਿਆ ਜਾਂਦਾ ਹੈ, ਕਿਉਂਕਿ ਸਾਮਵੇਦ ਵਿੱਚ ਜੋ ਵੀ ਮੰਤਰ ਲਿਖੇ ਹੋਏ ਆ ਉਹਨਾਂ ਦਾ ਉਚਾਰਨ ਕਰਨ ਵੇਲੇ ਇੱਕ ਸੰਗੀਤ ਨਿਕਲਦਾ ਹੈ, ਠੀਕ ਹੈ। ਸੰਗੀਤ ਦੀ ਧੁਨ ਦੇ ਵਿੱਚ ਹੀ ਉਹ ਮੰਤਰਾਂ ਦਾ ਉਚਾਰਨ ਹੁੰਦਾ ਹੈ। ਰਾਮਾਇਣ ਬਾਰੇ ਤਾਂ ਪਹਿਲਾਂ ਦੱਸ ਚੁੱਕਿਆ ਔਰ ਗੀਤਾ ਬਾਰੇ ਵੀ ਪਹਿਲਾਂ ਦੱਸ ਚੁੱਕਿਆ। ਰਿਗਵੇਦ ਜੋ ਹੈ ਭਾਰਤ ਦਾ ਸਭ ਤੋਂ ਪ੍ਰਾਚੀਨ ਜੋ ਵੇਦ ਹੈ, ਠੀਕ ਹੈ। ਸਭ ਤੋਂ ਪਹਿਲਾਂ ਲਿਖਿਆ ਜਾਣ ਵਾਲਾ ਵੇਦ ਅਗਰ ਪੁੱਛਿਆ ਜਾਏ ਤਾਂ ਉਹ ਰਿਗਵੇਦ ਹੈ, ਆਪਸ਼ਨ ਏ ਆਏਗੀ। 8ਵਾਂ ਕੁਐਸਚਨ ਹੈ ਵੇਦ ਸਭ ਤੋਂ ਬਾਅਦ ਲਿਖਿਆ ਗਿਆ ਹੈ? ਕਿਹੜਾ ਵੇਦ ਸਭ ਤੋਂ ਬਾਅਦ ਲਿਖਿਆ ਗਿਆ ਹੈ? ਆਪਸ਼ਨ ਏ ਹੈ ਉਪਨਿਸ਼ਦ, ਆਪਸ਼ਨ ਬੀ ਹੈ ਰਾਮਾਇਣ, ਆਪਸ਼ਨ ਸੀ ਹੈ ਸਾਮਵੇਦ, ਆਪਸ਼ਨ ਡੀ ਹੈ ਅਥਰਵਵੇਦ। ਡੀ ਆ ਰਿਹਾ ਮੋਸਟਲੀ ਆਨਸਰ ਸਭ ਦਾ। ਸੋ ਅਗਰ ਕਿਹੜਾ ਵੇਦ ਸਭ ਤੋਂ ਬਾਅਦ ਵਿੱਚ ਲਿਖਿਆ ਗਿਆ ਹੈ ਤਾਂ ਉਹ ਆਪਸ਼ਨ ਡੀ ਆਏਗਾ। ਅਥਰਵਵੇਦ ਜੋ ਹੈ ਸਭ ਤੋਂ ਬਾਅਦ ਵਿੱਚ ਲਿਖਿਆ ਗਿਆ। ਅਗਰ ਇਹ ਪੁੱਛ ਲਿਆ ਜਾਵੇ ਕਿ ਕਿਹੜੇ ਵੇਦ ਦੇ ਵਿੱਚ ਜੜੀ ਬੂਟੀਆਂ, ਟੋਨੇ ਟੋਟਕੇ, ਜਾਦੂ, ਦਵਾਈਆਂ ਆਦਿ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਉਹ ਵੀ ਅਥਰਵਵੇਦ ਹੀ ਹੈ, ਠੀਕ ਹੈ। ਉਪਨਿਸ਼ਦ ਜੋ ਆ ਉਹ ਉੱਤਰ ਵੈਦਿਕ ਕਾਲ ਦੇ ਪੀਰੀਅਡ ਦੇ ਵਿੱਚ ਲਿਖੇ ਗਏ ਸੀ, ਲੇਕਿਨ ਆਪਾਂ ਗੱਲ ਕਰ ਰਹੇ ਹਾਂ ਵੇਦਾਂ ਦੀ। ਵੇਦ 4 ਨੇ, ਰਿਗਵੇਦ, ਸਾਮਵੇਦ, ਯਜੁਰਵੇਦ, ਅਥਰਵਵੇਦ। ਇਹ ਇੱਕ ਸੀਕੁਐਂਸ ਹੈ ਇਹਨਾਂ ਦੀ। ਸਭ ਤੋਂ ਪਹਿਲਾਂ ਰਿਗਵੇਦ, ਫਿਰ ਸਾਮਵੇਦ, ਫਿਰ ਯਜੁਰਵੇਦ, ਫਿਰ ਅਥਰਵਵੇਦ। ਅਥਰਵਵੇਦ ਜੋ ਸੀ ਉਹ ਲਾਸਟ ਦੇ ਵਿੱਚ ਲਿਖਿਆ ਗਿਆ ਸੀ। 9ਵਾਂ ਕੁਐਸਚਨ ਹੈ ਕਿਹੜਾ ਪੁਰਾਣ ਸਭ ਤੋਂ ਪ੍ਰਾਚੀਨ ਹੈ? ਹੁਣ ਇੱਥੇ ਗੱਲ ਪੁਰਾਣ ਦੀ ਹੋ ਰਹੀ ਹੈ। ਆਪਸ਼ਨ ਏ ਹੈ ਮਤਸਯ, ਆਪਸ਼ਨ ਬੀ ਹੈ ਸਤਪਥ, ਆਪਸ਼ਨ ਸੀ ਹੈ ਵਿਸ਼ਨੂੰ, ਆਪਸ਼ਨ ਡੀ ਹੈ ਸ਼ਿਵ। ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਕਿ 18 ਪੁਰਾਣ ਨੇ, ਲੇਕਿਨ ਸਭ ਤੋਂ ਪ੍ਰਾਚੀਨ, ਸਭ ਤੋਂ ਪਹਿਲਾਂ ਪੁਰਾਣ ਕਿਹੜਾ ਲਿਖਿਆ ਗਿਆ ਸੀ? ਸੀ ਔਰ ਏ ਆ ਰਿਹਾ ਆਨਸਰ।
ਸੋ ਇਸ ਦਾ ਰਾਈਟ ਆਨਸਰ ਆਪਸ਼ਨ ਏ ਹੈ। ਮਤਸਯ ਪੁਰਾਣ ਜੋ ਹੈ ਉਹ ਸਭ ਤੋਂ ਪੁਰਾਤਨ ਪੁਰਾਣ ਹੈ। ਇਸ ਪੁਰਾਣ ਦੇ ਪੁਰਾਣ ਜੋ ਕੀ ਆ, ਪੁਰਾਣ ਉਹ ਹੁੰਦੇ ਆ ਜੋ ਸਰਲ ਸੰਸਕ੍ਰਿਤ ਭਾਸ਼ਾ ਵਿੱਚ ਲਿਖੇ ਜਾਂਦੇ ਆ। ਔਰਤਾਂ ਤੇ ਸ਼ੂਦਰ ਜਿਨ੍ਹਾਂ ਨੂੰ ਵੇਦ ਪੜ੍ਹਨ ਦੀ ਆਗਿਆ ਨਹੀਂ ਸੀ, ਵੇਦ ਜਿਹੜੇ ਰਿਗਵੇਦ, ਸਾਮਵੇਦ, ਅਥਰਵੇਦ, ਯਜੁਰਵੇਦ, ਇਹ ਚਾਰੇ ਵੇਦਾਂ ਨੂੰ ਔਰਤਾਂ ਤੇ ਸ਼ੂਦਰ ਜੋ ਸੀ ਉਹ ਪੜ੍ਹ ਨਹੀਂ ਸਕਦੇ ਸੀ। ਲੇਕਿਨ ਪੁਰਾਣ ਜੋ ਸੀ ਉਹਨਾਂ ਨੂੰ ਇਹ ਔਰਤਾਂ ਤੇ ਸ਼ੂਦਰ ਪੜ੍ਹ ਅਤੇ ਸੁਣ ਸਕਦੇ ਸੀ। ਠੀਕ ਹੈ। ਔਰ ਅਗਰ ਇਹ ਪੁੱਛ ਲਿਆ ਜਾਏ ਕਿ ਪੁਰਾਣਾਂ ਦਾ ਪਾਠ ਪੁਜਾਰੀ ਕਿੱਥੇ ਕਰਦੇ ਸੀ, ਤਾਂ ਉਹ ਮੰਦਿਰ ਵਿੱਚ ਕਰਦੇ ਸੀ। ਠੀਕ ਹੈ। 10ਵਾਂ ਕੁਐਸਚਨ ਹੈ, ਜਾਤਕ ਕਥਾਵਾਂ ਜੁੜੀਆਂ ਹਨ। ਆਪਸ਼ਨ ਏ ਹੈ ਸ਼ਿਵ, ਆਪਸ਼ਨ ਬੀ ਹੈ ਜੈਨ, ਆਪਸ਼ਨ ਸੀ ਹੈ ਹਿੰਦੂ, ਆਪਸ਼ਨ ਡੀ ਹੈ ਬੁੱਧ। ਜਾਤਕ ਕਥਾਵਾਂ ਕਿਸ ਨਾਲ ਰਿਲੇਟ ਕਰਦੀਆਂ, ਕਿਹੜੇ ਧਰਮ ਨਾਲ? ਵੌਇਸ ਨਹੀਂ ਆ ਰਹੀ, ਵੌਇਸ ਸਭ ਨੂੰ ਨਹੀਂ ਆ ਰਹੀ। ਸਰਬਜੀਤ ਦਾ ਮੈਸੇਜ ਆਇਆ, ਵੌਇਸ ਸਭ ਨੂੰ ਨਹੀਂ ਆ ਰਹੀ। ਹੁਣ ਤਾਂ ਮੈਂ ਲਾਊਡਲੀ ਵੀ ਬੋਲ ਰਿਹਾ। ਓਕੇ ਓਕੇ, ਸਰਬਜੀਤ ਤੁਸੀਂ ਰੀਜੁਆਇਨ ਕਰੋ। ਜਾਤਕ ਕਥਾਵਾਂ ਜੋ ਸੀ ਉਹ ਜੈਨ ਧਰਮ ਨਾਲ ਜੁੜੀਆਂ ਹੋਈਆਂ ਸੀ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਬੀ, ਜਾਤਕ ਕਥਾਵਾਂ ਜੈਨ ਧਰਮ ਨਾਲ ਜੁੜੀਆਂ ਹੋਈਆਂ, ਸੌਰੀ ਜਾਤਕ ਕਥਾਵਾਂ ਜੋ ਸੀ ਉਹ ਬੁੱਧ ਧਰਮ ਨਾਲ ਜੁੜੀਆਂ ਹੋਈਆਂ ਸੀ। ਇਸ ਦਾ ਰਾਈਟ ਆਨਸਰ ਡੀ ਹੈ ਆਪਸ਼ਨ। ਇਹ ਬੁੱਧ ਦੇ ਪੂਰਵ ਜਨਮਾਂ ਦੇ ਬਾਰੇ ਜੋ ਕਹਾਣੀਆਂ ਸੀ ਉਹਨਾਂ ਨੂੰ ਲੈ ਕੇ ਲਿਖੀਆਂ ਗਈਆਂ ਸੀ ਜਾਤਕ ਕਥਾਵਾਂ। ਠੀਕ ਹੈ। ਆਪਸ਼ਨ ਡੀ ਇਸ ਦਾ ਰਾਈਟ ਆਨਸਰ ਹੈ। ਬੁੱਧ ਦੇ ਪੂਰਵ ਜਨਮਾਂ ਨੂੰ ਲੈ ਕੇ ਜੋ ਕਥਾਵਾਂ ਔਰ ਕਹਾਣੀਆਂ ਲਿਖੀਆਂ ਗਈਆਂ ਸੀ ਉਹ ਜਾਤਕ ਕਥਾਵਾਂ ਕਹਿਲਾਈਆਂ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਡੀ ਹੈ। 11ਵਾਂ ਕੁਐਸਚਨ ਹੈ, ਰਾਜ ਤਰੰਗਣੀ ਦਾ ਲੇਖਕ ਹੈ। ਆਪਸ਼ਨ ਏ ਹੈ ਬਾਣਭੱਟ, ਆਪਸ਼ਨ ਬੀ ਹੈ ਕਲਹਨ, ਆਪਸ਼ਨ ਸੀ ਹੈ ਪਾਨਣੀ, ਆਪਸ਼ਨ ਡੀ ਹੈ ਵਿਸ਼ਵਾਮਿੱਤਰ। ਰਾਜ ਤਰੰਗਣੀ ਇੱਕ ਬੁੱਕ ਹੈ। ਹਾਂ ਉਹ ਜੈਨ ਤੁਹਾਡੇ ਆਨਸਰ ਦੇ ਕਰਕੇ ਨਿਕਲ ਗਿਆ, ਵੌਇਸ ਕਰਕੇ ਮੋਸਟਲੀ ਧਿਆਨ ਨਹੀਂ ਰਿਹਾ ਉਧਰ। ਪਾਨਣੀ ਆ ਰਿਹਾ, ਕਲਹਨ ਆ ਰਿਹਾ। ਸੋ ਇਸ ਦਾ ਰਾਈਟ ਆਨਸਰ ਜੋ ਹੈ ਆਪਸ਼ਨ ਬੀ ਹੈ, ਰਾਜ ਤਰੰਗਣੀ ਦਾ ਲੇਖਕ ਕਲਹਨ ਹੈ। ਅਗਰ ਇਹ ਪੁੱਛ ਲਿਆ ਜਾਏ ਕਿ ਕਲਹਨ ਦੀ ਰਾਜ ਤਰੰਗਣੀ ਕਿਸ ਬਾਰੇ ਲਿਖੀ ਗਈ ਹੈ, ਤਾਂ ਕਸ਼ਮੀਰ ਦੇ ਇਤਿਹਾਸ ਬਾਰੇ ਲਿਖੀ ਗਈ ਹੈ। ਰਾਜ ਤਰੰਗਣੀ ਦੇ ਵਿੱਚ ਆਪਾਂ ਨੂੰ ਕਸ਼ਮੀਰ ਦੇ ਇਤਿਹਾਸ ਬਾਰੇ ਪਤਾ ਲੱਗਦਾ ਹੈ। ਔਰ ਅਗਰ ਬਾਣਭੱਟ ਬਾਰੇ ਪੁੱਛਿਆ ਜਾਏ ਕਿ ਬਾਣਭੱਟ ਨੇ ਕੀ ਲਿਖਿਆ ਸੀ, ਬਾਣਭੱਟ ਨੇ ਹਰਸ਼ ਚਰਿੱਤਰ ਲਿਖੀ ਸੀ, ਰਾਜਾ ਹਰਸ਼ਵਰਧਨ ਦੀ ਜੀਵਨੀ ਬਾਰੇ। ਕੱਲ ਜਿਨ੍ਹਾਂ ਨੇ ਮੀਟਿੰਗ ਲਗਾਈ ਸੀ ਉਹਨਾਂ ਨੂੰ ਦੱਸਿਆ ਸੀ ਮੈਂ। ਸੋ ਪਾਨਣੀ ਨੇ ਕੀ ਲਿਖਿਆ ਸੀ, ਪਾਨਣੀ ਨੇ ਅਸ਼ਟ ਅਧਿਆਈ ਲਿਖੀ ਸੀ। ਅਸ਼ਟ ਅਧਿਆਈ ਜੋ ਵਿਆਕਰਣ ਦੀ ਸਭ ਤੋਂ ਪਹਿਲੀ ਪੁਸਤਕ ਸੀ। ਠੀਕ ਹੈ। ਵਿਸ਼ਵਾਮਿੱਤਰ ਇੱਕ ਰਿਸ਼ੀ ਸੀ। 12ਵਾਂ ਕੁਐਸਚਨ ਹੈ, ਫਾਹੀਆਨ ਕਿਸ ਦੇ ਸਮੇਂ ਭਾਰਤ ਆਇਆ? ਆਪਸ਼ਨ ਏ ਹੈ ਚੰਦਰਗੁਪਤ ਮੌਰਿਆ, ਆਪਸ਼ਨ ਬੀ ਹੈ ਅਸ਼ੋਕਾ, ਆਪਸ਼ਨ ਸੀ ਹੈ ਚੰਦਰਗੁਪਤ ਦੂਜਾ, ਆਪਸ਼ਨ ਡੀ ਹੈ ਸਮੁੰਦਰਗੁਪਤ। ਰਾਜਨ ਗੁਪਤਾ ਏ ਔਰ ਸੀ ਆ ਰਿਹਾ ਮੋਸਟਲੀ ਆਨਸਰ, ਡੀ ਵੀ ਆ ਗਿਆ ਪ੍ਰਭਦੀਪ ਕੌਰ ਦਾ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਸੀ, ਫਾਹੀਆਨ ਇੱਕ ਚੀਨੀ ਯਾਤਰੀ ਸੀ। ਅਗਰ ਇਹ ਪੁੱਛ ਲਏ ਫਾਹੀਆਨ ਕਿੱਥੋਂ ਦਾ ਰਹਿਣ ਵਾਲਾ ਸੀ, ਤਾਂ ਉਹ ਚੀਨ ਦਾ ਰਹਿਣ ਵਾਲਾ ਸੀ ਔਰ ਉਹ ਚੰਦਰਗੁਪਤ ਦੂਜੇ ਦੇ ਸਮੇਂ ਆਇਆ ਸੀ। ਠੀਕ ਹੈ। 13ਵਾਂ ਕੁਐਸਚਨ ਹੈ, ਖੇਤੀ ਜਿਸ ਨੂੰ ਐਗਰੀਕਲਚਰ ਕਹਿੰਦੇ ਆ ਦੇ ਸਭ ਤੋਂ ਪਹਿਲੇ ਪ੍ਰਮਾਣ ਕਿੱਥੋਂ ਮਿਲੇ? ਆਪਸ਼ਨ ਏ ਹੈ ਮੋਹਨਜੋਦਾੜੋ, ਜਿਹਨੂੰ ਮੋਹਨਜੋਦੜੋ ਵੀ ਕਹਿੰਦੇ ਆ, ਆਪਸ਼ਨ ਬੀ ਹੈ ਹੜੱਪਾ, ਆਪਸ਼ਨ ਸੀ ਹੈ ਮੇਹਰਗੜ੍ਹ, ਆਪਸ਼ਨ ਡੀ ਹੈ ਕਾਲੀਬੰਗਾ। ਇਹ ਆ ਰਿਹਾ ਸਭ ਦਾ ਆਨਸਰ। ਸੋ ਕਿਸੇ ਦਾ ਵੀ ਹਜੇ ਤੱਕ ਰਾਈਟ ਆਨਸਰ ਨਹੀਂ ਆਇਆ, ਡੀ ਵੀ ਆ ਰਿਹਾ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਸੀ ਮੇਹਰਗੜ੍ਹ। ਮੇਹਰਗੜ੍ਹ ਦੇ ਵਿੱਚ ਲਗਭਗ 7000 ਸਾਲ ਪਹਿਲਾਂ ਕਪਾਹ ਦੀ ਖੇਤੀ ਦੇ ਜੋ ਪ੍ਰਮਾਣ ਮਿਲੇ ਸੀ। ਠੀਕ ਹੈ। ਮੋਹਨਜੋਦੜੋ ਦੀ ਗੱਲ ਕਰੀਏ ਤਾਂ ਸਿੱਧੂ ਘਾਟੀ ਦਾ ਇੱਕ ਨਗਰ ਹੈ, ਸਿੱਧੂ ਘਾਟੀ ਸਭਿਅਤਾ ਦਾ, ਔਰ ਇੱਥੇ ਸਭ ਤੋਂ ਵੱਡਾ ਇਸ਼ਨਾਨ ਘਰ ਮਿਲਿਆ ਸੀ। ਹੜੱਪਾ ਤੇ ਮੋਹਨਜੋਦੜੋ ਦੋਵਾਂ ਦੀ ਗੱਲ ਕਰੀਏ ਤਾਂ ਦੋਵਾਂ ਦੇ ਵਿੱਚ ਹੀ ਆਪਾਂ ਨੂੰ ਭੰਡਾਰ ਘਰ ਮਿਲੇ ਸੀ ਜਿੱਥੇ ਅਨਾਜ ਨੂੰ ਸੁਰੱਖਿਅਤ ਰੱਖਿਆ ਜਾਂਦਾ ਸੀ। ਔਰ ਕਾਲੀਬੰਗਾ ਜੋ ਹੈ ਰਾਜਸਥਾਨ ਦੇ ਵਿੱਚ ਹੈ, ਇੱਥੇ ਹਲ ਨਾਲ ਜੁਤੇ ਹੋਏ ਖੇਤ ਮਿਲੇ ਸੀ।
ठीक है। 14ਵਾਂ क्वेश्चन है, किस नगर ਨੂੰ ਮ੍ਰਿਤਕਾਂ ਦਾ ਟਿੱਲਾ ਕਿਹਾ ਜਾਂਦਾ ਹੈ? ਆਪਸ਼ਨ ਏ ਹੈ ਮੇਹਰਗੜ੍ਹ, ਆਪਸ਼ਨ ਬੀ ਹੈ ਲੋਥਲ, ਆਪਸ਼ਨ ਸੀ ਹੈ ਮੋਹਨਜੋਦਾੜੋ, ਆਪਸ਼ਨ ਡੀ ਹੈ ਸੁਰਕੇਤੜਾ ਕੇਟਦਾ ਸੁਰਕੇਟਦਾ। ਮੋਹਨਜੋਦਾੜੋ ਹੀ ਆ ਰਿਹਾ, ਮੁਰਦਿਆਂ ਦਾ ਟਿੱਲਾ। ਮੁਰਦਿਆਂ ਦਾ ਟਿੱਲਾ ਤਾਂ ਲਿਖਿਆ ਹੋਇਆ ਨਾ ਰਾਇਨ ਗੁਪਤਾ ਕੁਐਸਚਨ ਦੇ ਵਿੱਚ ਹੀ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਸੀ। ਮੇਹਰਗੜ੍ਹ ਬਾਰੇ ਮੈਂ ਪਹਿਲਾਂ ਦੱਸ ਚੁੱਕਿਆ, ਸਭ ਤੋਂ ਪਹਿਲਾਂ ਖੇਤੀ ਦੇ ਪ੍ਰਮਾਣ ਮਿਲੇ ਸੀ, ਕਪਾਹ ਦੀ ਖੇਤੀ ਹੁੰਦੀ ਸੀ। ਲੋਥਲ ਇੱਕ ਬੰਦਰਗਾਹ ਨਗਰ ਸੀ ਜਿੱਥੇ ਸਮੁੰਦਰੀ ਜਹਾਜ਼ ਜੋ ਸੀ ਉਹਨਾਂ ਦੁਆਰਾ ਵਪਾਰ ਕੀਤਾ ਜਾਂਦਾ ਸੀ। ਠੀਕ ਹੈ। ਔਰ ਆਪਸ਼ਨ ਡੀ ਜੋ ਹੈ ਸੁਰਕੇਟ ਦਾ, ਇਹ ਵੀ ਹੜੱਪਾ ਸਭਿਅਤਾ ਦਾ ਇੱਕ ਨਗਰ ਸੀ ਜਿੱਥੇ ਘੋੜੇ ਦੀਆਂ ਹੱਡੀਆਂ ਮਿਲੀਆਂ ਸੀ। 15ਵਾਂ क्वेश्चन है, हड़प्पा सभ्यता की खोज किसने की थी? ऑप्शन ए है दयाराम सानी, ऑप्शन बी है लॉर्ड विलियम, ऑप्शन सी है लॉर्ड कर्जन, ऑप्शन डी है कोई भी नहीं। सो इज द राइट आंसर जो है हड़प्पा सभ्यता की खोज ऑप्शन ए है दयाराम सानी ने की थी। ठीक है। और 1920 और 21 ਦੇ ਸਮੇਂ ਦੇ ਵਿੱਚ ਹੜੱਪਾ ਸਭਿਅਤਾ ਦੀ ਖੋਜ ਕੀਤੀ। ਇਸ ਦਾ ਨਾਂ ਇਸ ਲਈ ਹੜੱਪਾ ਸਭਿਅਤਾ ਪਿਆ ਕਿਉਂਕਿ ਸਭ ਤੋਂ ਪਹਿਲਾਂ ਖੋਜਿਆ ਜਾਣ ਵਾਲਾ ਨਗਰ ਹੜੱਪਾ ਸੀ। ਠੀਕ ਹੈ। ਔਰ ਸਿੰਧੂ ਘਾਟੀ ਸਭਿਅਤਾ ਇਸ ਲਈ ਕਹਿੰਦੇ ਆ ਕਿਉਂਕਿ ਇਹ ਸਾਰੀ ਜੋ ਸਭਿਅਤਾ ਸੀ ਸਿੰਧੂ ਨਦੀ ਦੇ ਆਲੇ ਦੁਆਲੇ ਹੀ ਫੈਲੀ ਹੋਈ ਸੀ। ਹਾਂ 1921 ਦੇ ਵਿੱਚ ਹੀ। 16ਵਾਂ क्वेश्चन है, सिद्धू घाटी सभ्यता सी। ऑप्शन ए है पेंडू, ऑप्शन बी है नगरी, नगरी मतलब शहरी मतलब अर्बन, ऑप्शन सी है दोनों, ऑप्शन डी है कोई भी नहीं। सी जसवीर ਦਾ ਆਇਆ, ਚੀਨੂ ਕੱਕੜ ਦਾ ਵੀ ਸੀ ਆ ਰਿਹਾ, ਮੀਨਾ ਦਾ ਵੀ ਸੀ ਆਇਆ। ਦੇਖੋ ਇਸ ਦਾ ਜੋ ਰਾਈਟ ਆਨਸਰ ਹੈ ਆਪਸ਼ਨ ਬੀ ਹੈ। ਸਿੱਧੂ ਘਾਟੀ ਸਭਿਅਤਾ ਨੂੰ ਆਪਾਂ ਸਭ ਤੋਂ ਪ੍ਰਾਚੀਨ ਸ਼ਹਿਰੀ ਸਭਿਅਤਾ ਦੇ ਨਾਂ ਨਾਲ ਜਾਣਦੇ ਹਾਂ। ਹਾਲਾਂਕਿ ਪਿੰਡ ਵੀ ਸੀ ਲੇਕਿਨ ਅਗਰ ਨਗਰੀ ਸਭਿਅਤਾ ਦੀ ਗੱਲ ਹੋ ਰਹੀ ਹੈ ਤਾਂ ਸਿੱਧੂ ਘਾਟੀ ਇੱਕ ਨਗਰੀ ਸਭਿਅਤਾ ਸੀ। ਉਸ ਤੋਂ ਬਾਅਦ ਜੋ ਦੂਜਾ ਸ਼ਹਿਰੀਕਰਨ ਹੋਇਆ ਭਾਰਤ ਦੇ ਵਿੱਚ ਉਹ ਲਗਭਗ 1400 ਸਾਲ ਬਾਅਦ ਹੋਇਆ ਸਿੱਧੂ ਘਾਟੀ ਸਭਿਅਤਾ ਦੇ ਨਸ਼ਟ ਹੋਣ ਤੋਂ ਬਾਅਦ। ਠੀਕ ਹੈ। ਸੋ ਇਸ ਦਾ ਰਾਈਟ ਆਨਸਰ ਹੋਏਗਾ ਆਪਸ਼ਨ ਬੀ, ਸ਼ਹਿਰੀ ਸਭਿਅਤਾ ਸੀ। ਠੀਕ ਹੈ। ਔਰ ਇਹ ਪਹਿਲੀ ਭਾਰਤ ਦੀ ਸ਼ਹਿਰੀ ਸਭਿਅਤਾ ਸੀ ਸਭ ਤੋਂ ਪ੍ਰਾਚੀਨ ਸਭਿਅਤਾ ਸਿੱਧੂ ਘਾਟੀ ਦੀ ਸਭਿਅਤਾ। 17ਵਾਂ क्वेश्चन ਹੈ, ਸਿੱਧੂ ਘਾਟੀ ਦੇ ਬੰਦਰਗਾਹ ਨਗਰ ਸੀ। ਆਪਸ਼ਨ ਏ ਹੈ ਲੋਥਲ ਅਤੇ ਮੋਹਨਜੋਦਾੜੋ, ਆਪਸ਼ਨ ਬੀ ਹੈ ਹੜੱਪਾ ਅਤੇ ਲੋਥਲ, ਆਪਸ਼ਨ ਸੀ ਹੈ ਲੋਥਲ ਅਤੇ ਸੁਟਕੋਤੜਾ, ਆਪਸ਼ਨ ਡੀ ਹੈ ਕਾਲੀਬੰਗਾ ਅਤੇ ਧੋਲਾਵੀਰਾ। ਮੋਹਨਜੋਦੜੋ ਤਾਂ ਫਿਲਮ ਹੀ ਵੇਖੀ ਹੋਏਗੀ, ਰਿਤਿਕ ਰੋਸ਼ਨ ਦੀ ਬਣੀ ਹੋਈ ਆ ਮੋਹਨਜੋਦਾੜੋ। ਸੋ ਇਸ ਦਾ ਰਾਈਟ ਆਨਸਰ ਜੋ ਹੈ ਆਪਸ਼ਨ ਸੀ ਹੈ ਲੋਥਲ ਅਤੇ ਸੁਟਕੋਤੜਾ ਜੋ ਸੀ ਉਹ ਇੱਕ ਬੰਦਰਗਾਹ ਨਗਰ ਸੀ ਜਿੱਥੇ ਵਪਾਰ ਕੀਤਾ ਜਾਂਦਾ ਸੀ ਸਮੁੰਦਰੀ ਰਸਤੇ ਦੁਆਰਾ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਸੀ ਹੋਏਗਾ। 18ਵਾਂ क्वेश्चन ਹੈ, ਸਿੱਧੂ ਘਾਟੀ ਦੀ ਸਭ ਤੋਂ ਵੱਡੀ ਇਮਾਰਤ ਸੀ। ਆਪਸ਼ਨ ਏ ਹੈ ਇਸ਼ਨਾਨ ਘਰ, ਆਪਸ਼ਨ ਬੀ ਹੈ ਭੰਡਾਰ ਘਰ, ਆਪਸ਼ਨ ਸੀ ਹੈ ਮੰਦਿਰ, ਆਪਸ਼ਨ ਡੀ ਹੈ ਕੋਈ ਵੀ ਨਹੀਂ। ए और बी आ रहा, बी एक ही आंसर आया, बाकी मोस्टली ए आ रहा। ਸੋ ਸਿੱਧੂ ਘਾਟੀ ਦੀ ਸਭ ਤੋਂ ਵੱਡੀ ਇਮਾਰਤ ਜੋ ਸੀ ਇਸ਼ਨਾਨ ਘਰ ਸੀ। ਅਗਰ ਇਸ ਦੀ ਪੂਰੀ ਮੈਂ ਦੱਸਾਂ ਲੰਬਾਈ ਚੌੜਾਈ ਔਰ ਡੂੰਘਾਈ ਤਾਂ ਇਹ 39 ਫੁੱਟ ਲੰਬਾ ਸੀ ਇਸ਼ਨਾਨ ਘਰ, 23 ਫੁੱਟ ਚੌੜਾ ਸੀ ਔਰ 8 ਫੁੱਟ ਡੂੰਘਾ ਸੀ। ਇਸ ਦੇ ਨੇੜੇ ਇੱਕ ਖੂਹ ਸੀ ਜਿੱਥੋਂ ਪਾਣੀ ਭਰਿਆ ਜਾਂਦਾ ਸੀ ਔਰ ਇਸ਼ਨਾਨ ਘਰ ਦੇ ਚਾਰੋਂ ਪਾਸੇ ਕਮਰੇ ਬਣਾਏ ਹੋਏ ਸੀ। ਠੀਕ ਹੈ। ਔਰ ਇਹ ਮੋਹਨਜੋਦਾੜੋ ਵਿੱਚ ਜੋ ਇਹ ਮਿਲਿਆ ਸੀ ਇਸ਼ਨਾਨ ਘਰ, ਮੋਹਨਜੋਦੜੋ ਵੀ ਕਹਿੰਦੇ ਆ ਉਹਨੂੰ। 19ਵਾਂ क्वेश्चन ਹੈ, ਸਿੱਧੂ ਘਾਟੀ ਦੀ ਮੁੱਖ ਫਸਲ ਕਿਹੜੀ ਸੀ? ਕਰੋਪ ਜਿਹਨੂੰ ਕਹਿੰਦੇ ਆ। ਆਪਸ਼ਨ ਏ ਹੈ ਕਣਕ ਅਤੇ ਮਟਰ, ਆਪਸ਼ਨ ਬੀ ਹੈ ਮਟਰ ਅਤੇ ਛੋਲੇ, ਆਪਸ਼ਨ ਸੀ ਹੈ ਕਣਕ ਅਤੇ ਜੌਂ, ਆਪਸ਼ਨ ਡੀ ਹੈ ਜੌਂ ਅਤੇ ਕਪਾਹ। ਡੀ ਆ ਰਿਹਾ ਆਨਸਰ ਔਰ ਸੀ ਵੀ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਸੀ ਹੈ ਕਣਕ ਅਤੇ ਜੌਂ ਜੋ ਸੀ
ਉਹ ਸਿੰਧੂ ਘਾਟੀ ਦੀ ਮੁੱਖ ਫਸਲ ਸੀ। 20ਵਾਂ ਕੁਐਸਚਨ ਹੈ, ਮਿੱਟੀ ਦੇ ਬਣੇ ਹੱਲ ਕਿੱਥੇ ਮਿਲੇ? ਆਪਸ਼ਨ ਏ ਹੈ ਹੜੱਪਾ, ਆਪਸ਼ਨ ਬੀ ਹੈ ਬਨਾਵਲੀ, ਆਪਸ਼ਨ ਸੀ ਹੈ ਧੌਲਾਵੀਰਾ, ਆਪਸ਼ਨ ਡੀ ਹੈ ਲੋਥਲ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਬੀ ਹੈ, ਬਨਾਵਲੀ ਦੇ ਵਿੱਚ ਮਿੱਟੀ ਦੇ ਬਣੇ ਹੱਲ ਮਿਲੇ ਸੀ। ਲੋਥਲ ਬਾਰੇ ਪਹਿਲਾਂ ਦੱਸ ਚੁੱਕਿਆ, ਹੜੱਪਾ ਬਾਰੇ ਵੀ ਦੱਸ ਚੁੱਕਿਆ। ਬਾਕੀ ਇਹਨਾਂ ਉੱਪਰ ਕੁਐਸਚਨ ਹੈਗੇ ਆ ਪੂਰੀ ਡਿਟੇਲ ਵਿੱਚ, ਇਸ ਲਈ ਮੈਂ ਦੱਸਿਆ ਨਹੀਂਗਾ। ਸਿੰਧੂ ਘਾਟੀ ਸਭਿਅਤਾ ਦੀ ਲਿਪੀ ਸੀ। ਆਪਸ਼ਨ ਏ ਹੈ ਪੰਜਾਬੀ, ਆਪਸ਼ਨ ਬੀ ਹੈ ਵਰਣਮਾਲਾ, ਆਪਸ਼ਨ ਸੀ ਚਿਤਰਾਤਮਕ, ਆਪਸ਼ਨ ਡੀ ਸੰਸਕ੍ਰਿਤ। ਲਿਪੀ ਬਾਰੇ ਤਾਂ ਪਤਾ ਹੀ ਹੈ ਨਾ ਸਭ ਨੂੰ ਕਿ ਲਿਪੀ ਕੀ ਹੁੰਦੀ ਆ। ਲਿਖਣ ਲਈ ਜਿਹੜੇ ਚਿੰਨ੍ਹਾਂ ਦੀ ਵਰਤੋਂ ਕਰਦੇ ਆ, ਉਹਨਾਂ ਚਿੰਨ੍ਹਾਂ ਨੂੰ ਮਿਲਾ ਕੇ ਜੋ ਵੀ ਬਣਦੇ ਆ ਵਰਣਮਾਲਾ, ਉਸ ਨੂੰ ਹੀ ਲਿਪੀ ਕਹਿੰਦੇ ਆ। ਵੈਸੇ ਚਿੰਨ੍ਹਾਂ ਨੂੰ ਹੀ ਲਿਪੀ ਕਿਹਾ ਜਾਂਦਾ, ਵਰਣਮਾਲਾ ਤਾਂ ਇੱਕ ਹੋ ਗਈ ਪੂਰੇ ਅਲਫਾਬੈਟ ਨੂੰ ਮਿਲਾ ਕੇ। ਸੋ ਇਸ ਦਾ ਰਾਈਟ ਆਨਸਰ ਹੈ ਚਿਤਰਾਤਮਕ ਲਿਪੀ ਹੈ। ਠੀਕ ਹੈ, ਸਿੰਧੂ ਘਾਟੀ ਦੀ ਸਭਿਅਤਾ ਦੀ ਜੋ ਲਿਪੀ ਸੀ ਉਹ ਚਿਤਰਾਤਮਕ ਸੀ, ਔਰ ਉਹ ਹਜੇ ਤੱਕ ਪੜ੍ਹੀ ਨਹੀਂ ਗਈ ਹੈ। ਸਿੰਧੂ ਘਾਟੀ ਸਭਿਅਤਾ ਦੀ ਵਿਸ਼ੇਸ਼ਤਾ ਨਹੀਂ ਹੈ। ਆਪਸ਼ਨ ਏ ਹੈ ਗ੍ਰਿਡ ਪ੍ਰਣਾਲੀ, ਆਪਸ਼ਨ ਬੀ ਹੈ ਜਲ ਨਿਕਾਸੀ, ਆਪਸ਼ਨ ਸੀ ਹੈ ਇਕਾਂਤਤਾ ਨੂੰ ਪਹਿਲ, ਆਪਸ਼ਨ ਡੀ ਹੈ ਸ਼ਿਕਾਰੀ ਜੀਵਨ। ਇਹ ਬੇਸਿਕਲੀ ਉਹਨਾਂ ਦੀ ਜੋ ਨਗਰ ਦੀਆਂ ਵਿਸ਼ੇਸ਼ਤਾਵਾਂ ਸੀ ਉਹਨਾਂ ਨੂੰ ਹੀ ਲੈ ਕੇ ਕੁਐਸਚਨ ਪੁੱਛਿਆ ਗਿਆ ਕਿ ਸਿੰਧੂ ਘਾਟੀ ਦੀ ਨਗਰ ਵਿਸ਼ੇਸ਼ਤਾ ਕਿਹੜੀਆਂ ਕਿਹੜੀਆਂ ਸੀ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਡੀ, ਸ਼ਿਕਾਰੀ ਜੀਵਨ ਜੋ ਸੀ ਉਹ ਸਿੰਧੂ ਘਾਟੀ ਦੀ ਵਿਸ਼ੇਸ਼ਤਾ ਨਹੀਂ ਸੀ। ਬਾਕੀ ਜੋ ਸਭ ਚੀਜ਼ਾਂ ਸੀ ਉਹ ਸਿੰਧੂ ਘਾਟੀ ਦੀਆਂ ਵਿਸ਼ੇਸ਼ਤਾਵਾਂ ਸੀ। ਠੀਕ ਹੈ, ਔਰ ਮੈਂ ਦੱਸ ਦਿੰਨਾ ਕਿ ਇਹ ਕਿਵੇਂ ਕਿਵੇਂ ਸੀ। ਇਸ ਤੋਂ ਇਲਾਵਾ ਹੋਰ ਵੀ ਜੋ ਵਿਸ਼ੇਸ਼ਤਾਵਾਂ ਹੋਣਗੀਆਂ ਉਹ ਵੀ ਹੋਣਗੀਆਂ। ਸਿੰਧੂ ਘਾਟੀ ਦੇ ਜੋ ਨਗਰ ਸੀ ਉਹ ਯੋਜਨਾਬੱਧ, ਵਧੀਆ ਨਿਕਾਸ ਪ੍ਰਬੰਧ ਅਤੇ ਪੱਕੇ ਮਕਾਨ ਸੀ। ਠੀਕ ਹੈ, ਜੋ ਆਧੁਨਿਕ ਆਪਾਂ ਮਹਾਨਗਰ ਦੇਖਦੇ ਹਾਂ, ਦਿੱਲੀ ਦੇਖਦੇ ਹਾਂ, ਮੁੰਬਈ ਦੇਖਦੇ ਹਾਂ ਜਾਂ ਚੰਡੀਗੜ੍ਹ ਦੇਖਦੇ ਹਾਂ, ਇਹਨਾਂ ਦੀ ਤਰ੍ਹਾਂ ਹੀ ਬਣੇ ਹੋਏ ਸੀ। ਨਗਰ ਦੋ ਭਾਗਾਂ ਦੇ ਵਿੱਚ ਵੰਡੇ ਹੋਏ ਸੀ, ਔਰ ਕਿਲ੍ਹੇਬੰਦ ਵਾਲਾ ਉੱਪਰਲਾ ਭਾਗ ਜੋ ਸੀ ਉਹ ਸਾਰਵਜਨਕ ਭਵਨ ਸੀ ਤੇ ਸ਼ਾਸਕਾਂ ਦੇ ਘਰ ਹੁੰਦੇ ਸੀ ਉੱਥੇ, ਔਰ ਹੇਠਲੇ ਭਾਗ ਦੇ ਵਿੱਚ ਆਮ ਲੋਕ ਰਹਿੰਦੇ ਸੀ। ਸੜਕਾਂ ਜੋ ਸੀ ਚੌੜੀਆਂ ਸੀ ਔਰ ਸਿੱਧੀਆਂ ਬਣੀਆਂ ਹੋਈਆਂ ਸੀ, ਔਰ ਇੱਕ ਦੂਜੇ ਨੂੰ 90 ਡਿਗਰੀ ਦੇ ਐਂਗਲ ਤੇ ਕੱਟਦੀਆਂ ਸੀ। ਠੀਕ ਹੈ, ਮਤਲਬ ਇੱਕ ਦੂਜੇ ਨੂੰ ਸਮਕੋਣ ਤੇ ਕੱਟਦੀਆਂ ਸੀ। ਨਾਲੀਆਂ ਅਤੇ ਗਲੀਆਂ ਜੋ ਸੀ ਦੋਵੇਂ ਪਾਸੇ ਧਰਤੀ ਹੇਠਾਂ ਟੱਕੀਆਂ ਹੋਈਆਂ ਸੀ। ਠੀਕ ਹੈ, ਹਰੇਕ ਘਰ ਦੇ ਨਾਲ ਇੱਕ ਨਾਲੀ ਬਣੀ ਹੋਈ ਸੀ, ਉਸ ਨੂੰ ਪੂਰੀ ਤਰ੍ਹਾਂ ਕੰਪਲੀਟ ਢੱਕ ਦਿੱਤਾ ਗਿਆ ਸੀ। ਠੀਕ ਹੈ, ਫਿਰ ਉਸ ਨੂੰ ਇੱਕ ਸ਼ਹਿਰ ਦੇ ਬਾਹਰ ਜੋ ਹੈ ਵੱਡੀ ਨਾਲੀ ਦੇ ਨਾਲ ਜੋੜ ਦਿੱਤਾ ਜਾਂਦਾ ਸੀ, ਔਰ ਸਾਰਾ ਪਾਣੀ ਜੋ ਸੀ ਕਿਸੇ ਨਾ ਕਿਸੇ ਨਦੀ ਦੇ ਵਿੱਚ ਉਸ ਨੂੰ ਵਹਾਉਣ ਲਈ ਇੱਕ ਉਸ ਨਾਲ ਨਹਿਰ ਜੋੜ ਦਿੱਤੀ ਜਾਂਦੀ ਸੀ। ਸੋ ਇਸ ਤੋਂ ਪਤਾ ਸਿੱਧ ਹੁੰਦਾ ਹੈ ਕਿ ਉਹਨਾਂ ਦੀ ਜਲ ਨਿਕਾਸ ਜੋ ਪ੍ਰਣਾਲੀ ਸੀ ਉਹ ਇੱਕ ਵਧੀਆ ਕਿਸਮ ਦੀ ਸੀ। ਔਰ ਗ੍ਰਿਡ ਪ੍ਰਣਾਲੀ ਤੋਂ ਆਪਾਂ ਦੇਖਦੇ ਹਾਂ ਕਿ ਜੋ ਸੜਕਾਂ ਸੀ ਇੱਕ ਦੂਜੇ ਨੂੰ 90 ਡਿਗਰੀ ਦੇ ਕੋਣ ਤੇ ਕੱਟਦੀਆਂ ਸੀ। ਠੀਕ ਹੈ, ਔਰ ਹਰੇਕ ਮਕਾਨ ਦੇ ਵਿੱਚ ਇੱਕ ਰਸੋਈ ਸੀ ਔਰ ਇੱਕ ਇਸ਼ਨਾਨ ਘਰ ਵੀ ਸੀ। ਮਕਾਨ ਕੋਈ 2 ਮੰਜ਼ਲਾਂ ਵਾਲੇ ਵੀ ਸੀ, ਔਰ ਕਈਆਂ ਮਕਾਨਾਂ ਦੇ ਵਿੱਚ ਇੱਕ ਖੂਹ ਵੀ ਹੁੰਦਾ ਸੀ। ਠੀਕ ਹੈ, ਇਕਾਂਤਤਾ ਨੂੰ ਪਹਿਲ ਇਸ ਲਈ ਦਿੰਦੇ ਸੀ ਕਿਉਂਕਿ ਜੋ ਵੀ ਉਹਨਾਂ ਦੇ ਘਰ ਬਣੇ ਹੋਏ ਸੀ ਉਹਨਾਂ ਦੇ ਵਿੱਚ ਜੋ ਵੀ ਅੰਦਰਲਾ ਭਾਗ ਸੀ ਉੱਥੇ ਕੋਈ ਵੀ ਗੇਟ ਦਾ ਦਰਵਾਜ਼ਾ ਜੋ ਸੀ ਉਹ ਸਿੱਧਾ ਸਾਹਮਣੇ ਸੈਂਟਰ ਵਾਲੇ ਪੁਆਇੰਟ ਨੂੰ ਨਹੀਂ ਦੇਖ ਸਕਦਾ ਸੀ। ਇਸ ਲਈ ਇਕਾਂਤਤਾ ਨੂੰ ਪਹਿਲ ਦਿੱਤੀ ਗਈ ਸੀ ਉਹਨਾਂ ਦੀ ਸਭਿਅਤਾ ਦੇ ਵਿੱਚ। ਅਗਰ NCERT ਪੜ੍ਹੋਗੇ ਤਾਂ NCERT ਦੇ ਵਿੱਚ ਇਹ ਪੁਆਇੰਟ ਦਿੱਤਾ ਹੋਇਆ, ਇਕਾਂਤਤਾ ਨੂੰ ਉਹਨਾਂ ਨੇ ਪਹਿਲ ਦਿੱਤੀ ਹੈ। ਸ਼ਿਕਾਰੀ ਜੀਵਨ ਨਹੀਂ ਸੀ ਕਿਉਂਕਿ ਉਹਨਾਂ ਦਾ ਮੁੱਖ ਕਿੱਤਾ ਜੋ ਸੀ ਉਹ ਖੇਤੀਬਾੜੀ ਅਤੇ ਪਸ਼ੂ ਪਾਲਣ ਸੀ, ਇਸ ਲਈ ਸ਼ਿਕਾਰੀ ਜੀਵਨ ਨਹੀਂ ਸੀ। 23ਵਾਂ ਕੁਐਸਚਨ ਹੈ, ਸਿੰਧੂ ਘਾਟੀ ਦੇ ਲੋਕ ਕਿਸ ਦੀ ਪੂਜਾ ਨਹੀਂ ਕਰਦੇ ਸੀ? ਆਪਸ਼ਨ ਏ ਹੈ ਧਰਤੀ ਦੀ, ਆਪਸ਼ਨ ਬੀ ਹੈ ਪਸ਼ੂ ਦੀ, ਆਪਸ਼ਨ ਸੀ ਹੈ ਮਾਤਰ ਦੇਵੀ ਦੀ, ਆਪਸ਼ਨ ਡੀ ਹੈ ਇੰਦਰ ਦੀ। ਪਹਿਲੀ ਵਾਰੀ ਇਸ ਲਈ ਸੁਣ ਰਹੇ ਹੋ ਨਾ ਪ੍ਰਭਦੀਪ ਕੌਰ, NCERT ਨਹੀਂ ਪੜ੍ਹੀ ਕਿਸੇ ਨੇ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਡੀ, ਇੰਦਰ ਦੀ ਪੂਜਾ ਨਹੀਂ ਕੀਤੀ ਜਾਂਦੀ ਸੀ। ਧਰਤੀ ਜੋ ਸੀ ਉਸ ਨੂੰ ਜਿਸ ਨੂੰ ਉਪਜਾਊ ਦੀ ਦੇਵੀ ਕਹਿੰਦੇ ਸੀ, ਉਰਵਰਤਤਾ ਕਹਿੰਦੇ ਆ ਹਿੰਦੀ ਦੇ ਵਿੱਚ, ਉਸ ਦੀ ਦੇਵੀ ਮੰਨਦੇ ਸੀ।
ਔਰ ਪਸ਼ੂ ਦੀ ਵੀ ਪੂਜਾ ਕੀਤੀ ਜਾਂਦੀ ਸੀ। ਕੁੱਬੜ ਵਾਲੇ ਬਲਦ ਦੀ ਸਪੈਸ਼ਲ ਪੂਜਾ ਕੀਤੀ ਜਾਂਦੀ ਸੀ। ਅਗਰ ਆਪਾਂ ਵੀ ਹੁਣ ਵੀ ਦੇਖੀਏ ਤਾਂ ਜੋ ਹਿੰਦੂ ਧਰਮਾਤਮਾ ਹੁੰਦੇ ਆ, ਅਗਰ ਸੜਕ ਤੇ ਤੁਰਦੇ ਜਾਈਏ, ਉਹ ਕਿਸੇ ਬਲਦ ਨੂੰ ਦੇਖਦੇ ਆ ਕੁੱਬੜ ਵਾਲੇ ਨੂੰ, ਤਾਂ ਉਹ ਰਸਤਾ ਛੱਡ ਦਿੰਦੇ ਆ। ਗਾਂ ਦੀ ਵੀ ਪੂਜਾ ਹੁੰਦੀ ਆ ਅੱਜ ਦੇ ਸਮੇਂ ਦੇ ਵਿੱਚ, ਠੀਕ ਹੈ। ਮਾਤਰ ਦੇਵੀ ਦੀ ਵੀ ਪੂਜਾ ਕਰਦੇ ਸੀ, ਕਿਉਂਕਿ ਜ਼ਿਆਦਾਤਰ ਜੋ ਮੂਰਤੀਆਂ ਮਿਲੀਆਂ ਸੀ ਉਹ ਔਰਤ ਦੀਆਂ ਬਣੀਆਂ ਹੋਈਆਂ ਸੀ। ਔਰ ਇਸ ਤੋਂ ਪਤਾ ਲੱਗਦਾ ਹੈ ਕਿ ਸਿੰਧੂ ਘਾਟੀ ਜੋ ਸਭਿਅਤਾ ਸੀ ਉਹ ਮਾਤਰ ਸਤਾਤਮਕ ਸੀ, ਠੀਕ ਹੈ। ਇੰਦਰ ਦੀ ਪੂਜਾ ਨਹੀਂ ਕਰਦੇ ਸੀ, ਪ੍ਰਕਿਰਤੀ ਦੀ ਪੂਜਾ ਕਰਦੇ ਸੀ, ਕਿਉਂਕਿ ਉਹ ਪ੍ਰਕਿਰਤੀ ਤੋਂ ਡਰਦੇ ਸੀ, ਠੀਕ ਹੈ। ਉਸ ਵੇਲੇ ਕੋਈ ਮੰਦਰ ਮਸਜਿਦ ਨਹੀਂ ਬਣੇ ਸੀ। ਰਿਗਵੈਦਿਕ ਕਾਲ ਦੇ ਵਿੱਚ ਜੋ ਹੈ ਇੰਦਰ ਪ੍ਰਮੁੱਖ ਦੇਵਤਾ ਬਣਿਆ ਆ ਕੇ। ਪਿੱਛੇ ਕੁਐਸਚਨ ਹੋ ਚੁੱਕਿਆ, ਜਿਨ੍ਹਾਂ ਨੇ ਪੜਿਆ ਰਿਗਵੈਦਿਕ ਕਾਲ ਦੇ ਵਿੱਚ ਇੰਦਰ ਔਰ ਅਗਨੀ ਦੇਵਤਾ ਜੋ ਸੀ ਪ੍ਰਮੁੱਖ ਹੋ ਗਏ ਸੀ। 24ਵਾਂ ਕੁਐਸਚਨ ਹੈ, ਅੱਗ ਵਿੱਚ ਪੱਕੀ ਮਿੱਟੀ ਨੂੰ ਕਿਹਾ ਜਾਂਦਾ ਹੈ? ਆਪਸ਼ਨ ਏ ਹੈ ਪੱਕੀ ਮਿੱਟੀ, ਆਪਸ਼ਨ ਬੀ ਹੈ ਟੈਰਾਕੋਟਾ, ਆਪਸ਼ਨ ਸੀ ਹੈ ਬਰਤਨ, ਆਪਸ਼ਨ ਡੀ ਹੈ ਸਤੂਪ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਬੀ। ਅੱਗ ਦੇ ਵਿੱਚ ਜਿਹੜੀ ਪੱਕੀ ਹੋਈ ਮਿੱਟੀ ਸੀ ਉਸ ਨੂੰ ਟੈਰਾਕੋਟਾ ਕਿਹਾ ਜਾਂਦਾ ਸੀ। 25ਵਾਂ ਕੁਐਸਚਨ ਹੈ, ਹੜੱਪਾ ਕਿਸ ਨਦੀ ਤੇ ਵਸਿਆ ਹੋਇਆ ਹੈ? ਆਪਸ਼ਨ ਏ ਹੈ ਰਾਵੀ, ਆਪਸ਼ਨ ਬੀ ਹੈ ਸਿੰਧੂ, ਆਪਸ਼ਨ ਸੀ ਹੈ ਸਤਲੁਜ, ਆਪਸ਼ਨ ਡੀ ਹੈ ਚਿਨਾਬ। ਬੀ ਆ ਰਿਹਾ ਮੋਸਟਲੀ ਆਨਸਰ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਏ। ਜੋ ਹੜੱਪਾ ਨਗਰ ਸੀ ਉਹ ਰਾਵੀ ਨਦੀ ਉੱਪਰ ਵਸਿਆ ਹੋਇਆ ਸੀ। ਔਰ 1921 ਦੇ ਵਿੱਚ ਦਇਆਰਾਮ ਸਾਹਨੀ ਅਤੇ ਮਾਧੋਦਾਸ ਵਤਸ ਨੇ ਇਸ ਦੀ ਖੋਜ ਕੀਤੀ ਸੀ। ਔਰ ਅਗਰ ਇਹ ਪੁੱਛ ਲਿਆ ਜਾਵੇ ਕਿ ਹੜੱਪਾ ਦੀ ਸਥਿਤੀ ਕੀ ਹੈ, ਤਾਂ ਹੜੱਪਾ ਜੋ ਹੈ ਪਾਕਿਸਤਾਨ ਦੇ ਮਿੰਟ ਗੁਮਰੀ ਜ਼ਿਲ੍ਹੇ ਦੇ ਵਿੱਚ ਜੋ ਹੈ ਉੱਥੇ ਇਸ ਦੀ ਸਥਿਤੀ ਹੈ। ਔਰ ਨਦੀ ਪੁੱਛਿਆ ਜਾਵੇ ਤਾਂ ਨਦੀ ਰਾਵੀ ਹੈ। 26ਵਾਂ ਕੁਐਸਚਨ ਹੈ, ਮੋਹਨਜੋਦਾਰੋ ਦੀ ਖੋਜ ਕਿਸ ਨੇ ਕੀਤੀ? ਆਪਸ਼ਨ ਏ ਹੈ ਗੋਪਾਲ ਮਜੂਮਦਾਰ, ਆਪਸ਼ਨ ਬੀ ਹੈ ਰਵਿੰਦਰ ਸਿੰਘ ਬਿਸ਼ਟ, ਆਪਸ਼ਨ ਡੀ ਹੈ ਰਖਲਦਾਸ ਬੈਨਰਜੀ, ਆਪਸ਼ਨ ਡੀ ਹੈ ਕੋਈ ਵੀ ਨਹੀਂ। ਮੋਹਨਜੋਦਾਰੋ ਦੀ ਖੋਜ ਕਿਸ ਨੇ ਕੀਤੀ? ਜਿਨ੍ਹਾਂ ਨੇ ਮੋਹਨਜੋਦਾਰੋ ਫਿਲਮ ਨਹੀਂ ਦੇਖੀ, ਇੱਕ ਵਾਰੀ ਫਿਲਮ ਦੇਖ ਲਓ, ਉਹਦੇ ਵਿੱਚ ਹੜੱਪਾ ਸਭਿਅਤਾ ਦੇ ਬਾਰੇ ਕਾਫੀ ਕੁਝ ਨੌਲੇਜ ਮਿਲ ਜਾਏਗੀ ਸਭ ਨੂੰ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਸੀ। ਰਖਲਦਾਸ ਬੈਨਰਜੀ ਨੇ 1922 ਦੇ ਵਿੱਚ ਇਸ ਦੀ ਖੋਜ ਕੀਤੀ ਸੀ ਮੋਹਨਜੋਦਾਰੋ ਦੀ। ਔਰ ਇਹ ਅਗਰ ਪੁੱਛ ਲਿਆ ਜਾਵੇ ਕਿਹੜੀ ਨਦੀ ਦੇ ਕਿਨਾਰੇ ਵਸਿਆ ਹੋਇਆ, ਤਾਂ ਸਿੰਧੂ ਨਦੀ ਦੇ ਕਿਨਾਰੇ ਜੋ ਹੈ ਮੋਹਨਜੋਦਾਰੋ ਜੋ ਹੈ ਵਸਿਆ ਹੋਇਆ। ਔਰ ਅਗਰ ਸਥਿਤੀ ਪੁੱਛ ਲਈ ਜਾਵੇ ਤਾਂ ਇਹ ਪਾਕਿਸਤਾਨ ਦੇ ਲਕਰਾਨਾ ਜ਼ਿਲ੍ਹੇ ਦੇ ਵਿੱਚ ਸਥਿਤ ਹੈ, ਠੀਕ ਹੈ। ਲਕਰਾਨਾ ਜ਼ਿਲ੍ਹੇ ਦੇ ਵਿੱਚ ਪਾਕਿਸਤਾਨ ਦੇ। ਸੋ ਅੱਜ ਦੇ ਇੰਨੇ ਹੀ ਕੁਐਸਚਨ ਸੀ। ਅਗਰ ਕਿਸੇ ਨੂੰ ਕੋਈ ਡਾਊਟ ਹੈ ਤਾਂ ਉਹ ਪੁੱਛ ਸਕਦਾ ਹੈ। ਇੱਕ ਗਰੁੱਪ ਲਿੰਕ ਸ਼ੇਅਰ ਕਰ ਰਿਹਾ, ਜਿਨ੍ਹਾਂ ਨੇ ਗਰੁੱਪ ਜੁਆਇਨ ਨਹੀਂ ਕੀਤਾ ਉਹ ਜ਼ਰੂਰ ਕਰ ਲਿਓ। ਇੱਥੇ ਹੀ ਸਾਰੀਆਂ PDF ਜੋ ਆ ਸੈਂਡ ਹੁੰਦੀਆਂ। ਟੈਲੀਗ੍ਰਾਮ ਗਰੁੱਪ ਹੈ, ਟੈਲੀ ਇੰਸਟਾਲ ਕਰਨਾ ਪਏਗਾ। 1922 ਦੇ ਵਿੱਚ ਹੀ ਹੋਈ ਸੀ, ਹਾਂਜੀ। ਰਾਇਨ ਗੁਪਤਾ, ਰਖਲਦਾਸ ਬੈਨਰਜੀ ਨੇ ਕੀਤੀ ਸੀ। ਹੋਰ ਤੁਸੀਂ ਹੋ ਇਸ ਗਰੁੱਪ ਵਿੱਚ ਮੇਰੇ ਖਿਆਲ ਦੇ ਵਿੱਚ। ਮੋਹਨਜੋਦਾਰੋ ਦੀ ਖੋਜ ਕਿਸ ਨੇ ਕੀਤੀ? ਰਖਲਦਾਸ ਬੈਨਰਜੀ ਹੈ। ਟਾਈਪਿੰਗ ਐਰਰ ਹੈ। ਸੋ 1922 ਦੇ ਵਿੱਚ ਇਸ ਦੀ ਖੋਜ ਹੋਈ ਸੀ। ਔਰ ਅਗਰ ਸਥਿਤੀ ਪੁੱਛ ਲਈ ਜਾਵੇ ਤਾਂ ਸਥਿਤੀ ਹੈ ਪਾਕਿਸਤਾਨ ਦੇ ਲਕਰਾਨਾ ਜ਼ਿਲ੍ਹੇ ਦੇ ਵਿੱਚ, ਲਕਰਾਨਾ ਡਿਸਟ੍ਰਿਕਟ ਦੇ ਵਿੱਚ। ਔਰ ਨਦੀ ਪੁੱਛ ਲਈ ਜਾਵੇ ਮੋਹਨਜੋਦਾਰੋ ਕਿਹੜੀ ਨਦੀ ਦੇ ਵਿੱਚ ਵਸਿਆ ਹੋਇਆ, ਨਦੀ ਦੇ ਕੰਢੇ ਵਸਿਆ ਹੋਇਆ, ਤਾਂ ਸਿੰਧੂ ਨਦੀ ਦੇ ਕੰਢੇ, ਠੀਕ ਹੈ। ਔਰ ਹੜੱਪਾ ਰਾਵੀ ਨਦੀ ਦੇ ਕੰਢੇ। ਹਾਂਜੀ, ਹੁਣ ਕਿਹੜੇ ਕਿਹੜੇ ਕੁਐਸਚਨ ਦੇ ਵਿੱਚ ਡਾਊਟ ਹੈ ਉਹ ਪੁੱਛ ਲਓ। ਹੈਂਡ ਰੇਜ਼ ਕੀਤਾ ਹੋਇਆ ਹੈ, ਹੈਂਡ ਰੇਜ਼ ਵਾਲਿਆਂ ਦਾ ਵੀ ਮਾਈਕ ਅਨਮਿਊਟ ਨੇ। ਹਾਂਜੀ, ਗਰਲ, ਨਾਮ ਹੀ ਗਰਲ ਹੈ। ਹਾਂਜੀ, ਪ੍ਰਭਦੀਪ ਕੌਰ, ਗੁੱਡ ਈਵਨਿੰਗ। ਜੋ ਤੁਸੀਂ ਇੰਦਰ ਵਾਲਾ ਕਿਹਾ ਸੀ ਉਹਦੇ ਵਿੱਚ ਵੀ ਡਾਊਟ ਹੈ। ਮਤਲਬ ਇੰਦਰ ਦੀ ਪੂਜਾ ਹੁੰਦੀ ਸੀ? ਹਾਂਜੀ ਸਰ, ਕਿਉਂਕਿ ਇਹਦੇ
ਜਦੋਂ ਵੀ ਕਹਿੰਦੇ ਸੀ ਬਾਰਿਸ਼ ਵਗੈਰਾ ਹੁੰਦੀ ਸੀ ਉਸ ਟਾਈਮ ਤੇ ਉੱਤੇ ਵੀ ਲੋਕ ਨਹੀਂ ਉਸਦੀ ਨਹੀਂ ਪੂਜਾ ਮੰਨਤਾ ਕਰਦੇ ਸੀ ਵੀ ਤਾਂ ਕਰਕੇ ਬਾਰਿਸ਼ ਕਰਵਾਉਂਦੇ ਸੀ ਔਰ ਲੋਕ ਉਸ ਨੂੰ ਤਾਂ ਮੰਨਦੇ ਸੀ। ਇੰਦਰ ਦੀ ਪੂਜਾ ਨਹੀਂ ਕਰਦੇ ਸੀ, ਪ੍ਰਕਿਰਤੀ ਦੀ ਪੂਜਾ ਕਰਦੇ ਸੀ। ਲੋਕ ਪ੍ਰਕਿਰਤੀ ਤੋਂ ਡਰਦੇ ਸੀ, ਇਸ ਲਈ ਉਹਨਾਂ ਨੇ ਕੀ ਕੀਤਾ ਕਿ ਕਾਫੀ ਸਾਰੇ ਤਵੀਜ਼ ਮਿਲੇ ਉਹਨਾਂ ਦੇ ਕੋਲੋਂ। ਔਰ ਸਪੈਸ਼ਲੀ ਦੇਖਿਆ ਜਾਵੇ ਤਾਂ ਉਸ ਸਮੇਂ ਹੜੱਪਾ ਸਭਿਅਤਾ ਦੇ ਵਿੱਚ ਇੱਕ ਵੀ ਮੰਦਿਰ ਦੇਖਿਆ ਨਹੀਂ ਗਿਆ ਅਜੇ ਤੱਕ, ਔਰ ਇੱਕ ਵੀ ਮੰਦਿਰ ਦੀ ਖੋਜ ਨਹੀਂ ਹੋਈ। ਇੰਦਰ ਔਰ ਅਗਨੀ ਦੇਵਤਾ ਜੋ ਸੀ ਉਹ ਵੈਦਿਕ ਕਾਲ ਦੇ ਵਿੱਚ ਹੀ ਮਹੱਤਵਪੂਰਨ ਹੋਏ। ਓਕੇ ਸਰ, ਥੈਂਕ ਯੂ। ਹਾਂਜੀ ਹਾਂਜੀ ਵੀਰੇ। ਵੀਰੇ ਇੰਦਰ ਹਜੇ ਤੱਕ ਤਾਂ ਮੈਂ ਤਾਂ ਐਨਸੀਈਆਰਟੀ ਔਰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਬੁੱਕਸ ਕਾਫੀ ਸਾਰੀਆਂ ਪੜ੍ਹ ਲਈਆਂ, ਮੈਨੂੰ ਕਿਤੇ ਨਹੀਂ ਮਿਲਿਆ। ਅਗਰ ਤੁਸੀਂ ਹਿਸਟਰੀ ਵਾਲੇ ਮਾਸਟਰ ਕੇਡਰ ਦੇ ਸਟੂਡੈਂਟ ਹੋ ਤਾਂ ਤੁਸੀਂ ਜ਼ਰੂਰ ਪੜ੍ਹਿਆ ਹੋਏਗਾ ਕਿਤੇ ਨਾ ਕਿਤੇ। ਅੱਛਾ, ਔਰ ਪ੍ਰਭਦੀਪ ਕੌਰ ਵੀ ਜੋ ਆ ਉਹ ਵੀ ਮਾਸਟਰ ਕੇਡਰ ਹਿਸਟਰੀ ਵਾਲੇ ਆ, ਔਰ ਪ੍ਰਵੀਨ ਤੁਸੀਂ ਵੀ ਮਾਸਟਰ ਕੇਡਰ ਹਿਸਟਰੀ ਵਾਲੇ ਹੋ। ਨਹੀਂ, ਮੈਂ ਐਨਸੀਈਆਰਟੀ ਕਿਉਂਕਿ ਕਿਉਂਕਿ ਮੈਂ ਐਨਸੀਈਆਰਟੀ ਪੜ੍ਹੀ ਹੈ, ਉਹਨਾਂ ਦੇ ਵਿੱਚ ਇੰਦਰ ਦਾ ਜ਼ਿਕਰ ਕਿਤੇ ਨਹੀਂ ਆਇਆ। ਇੰਦਰ ਦਾ ਜ਼ਿਕਰ ਸਿਰਫ ਵੈਦਿਕ ਪੀਰੀਅਡ ਦੇ ਵਿੱਚ ਹੀ ਆਉਂਦਾ। ਤੁਸੀਂ ਅਗਰ ਕੋਈ ਹੈ ਤਾਂ ਨਹੀਂ ਨਹੀਂ, ਉਹ ਗੱਲ ਨਹੀਂ ਹੈ, ਕਿਉਂਕਿ ਤੁਸੀਂ ਹਿਸਟਰੀ ਅਗਰ ਮਾਸਟਰ ਕੈਡਰ ਦੀ ਪੜ੍ਹੀ ਹੋਈ ਆ ਤਾਂ ਤੁਸੀਂ ਜ਼ਿਆਦਾ ਚੀਜ਼ਾਂ ਪੜ੍ਹੀਆਂ ਹੋਣਗੀਆਂ। ਉਹ ਹੁੰਦਾ ਨਾ ਫਰਕ। ਹਾਂ, ਜਿੱਥੇ ਜਿੱਥੇ ਲਿਖਿਆ ਹੋਇਆ ਨਾ ਉਹ ਇੱਕ ਵਾਰੀ ਮੈਨੂੰ ਟੈਲੀ ਤੇ ਸੈਂਡ ਕਰ ਦਿਓ, ਮੈਂ ਕਨਫਰਮ ਕਰ ਲਾਂ ਕਿਹੜੀ ਬੁੱਕ ਦੇ ਵਿੱਚ ਲਿਖਿਆ, ਉਹ ਬੁੱਕ ਦਾ ਨਾਮ ਵੀ ਦੱਸ ਦਿਓ। ਹਾਂਜੀ ਆਰਕੋਰ, ਅਨਮਿਊਟ ਕਰ ਲਓ ਆਰਕੋਰ। ਹਾਂਜੀ ਸਰਬਜੀਤ, ਆਰਕੋਰ ਨੇ ਮੈਸੇਜ ਹੀ ਕਰਤਾ। 7th ਕੁਐਸਚਨ, ਓਕੇ। ਭਾਰਤੀ ਸੰਗੀਤ ਦਾ ਜਨਕ ਜੋ ਸੀ ਉਹ ਸਾਮਵੇਦ ਸੀ। ਇਸ ਦਾ ਰਾਈਟ ਆਨਸਰ ਡੀ ਹੈ ਆਪਸ਼ਨ, ਕਿਉਂਕਿ ਸਾਮਵੇਦ ਦੇ ਵਿੱਚ ਜੋ ਵੀ ਲਿਖੇ ਗਏ ਆ ਮੰਤਰ, ਉਹਨਾਂ ਦਾ ਉਚਾਰਨ ਜਦੋਂ ਕਰਦੇ ਆ ਤਾਂ ਇੱਕ ਸੰਗੀਤ ਦੀ ਧੁਨੀ ਨਿਕਲਦੀ ਆ। ਜਦੋਂ ਆਪਾਂ ਕੋਈ ਵੀ ਸੌਂਗ ਗੁਣਗੁਣਾਉਂਦੇ ਆ ਤਾਂ ਇੱਕ ਆਪਣੀ ਲੈਅ ਬਣਦੀ ਹੈ ਨਾ, ਇੱਕ ਟਿਊਨ ਨਿਕਲਦੀ ਹੈ, ਟਿਊਨ ਇੱਕ ਟਿਊਨਿੰਗ ਦੇ ਵਿੱਚ ਉਸ ਨੂੰ ਗਾਇਆ ਜਾਂਦਾ ਹੈ। ਉਵੇਂ ਹੀ ਜਦੋਂ ਸਾਮਵੇਦ ਦੇ ਮੰਤਰਾਂ ਦਾ ਉਚਾਰਨ ਹੁੰਦਾ ਹੈ ਤਾਂ ਉਹ ਸੰਗੀਤ ਦੇ ਹੀ ਥਰੂ ਹੁੰਦਾ ਹੈ, ਇਸ ਲਈ ਇਸ ਨੂੰ ਸੰਗੀਤ ਦਾ ਜਨਕ ਕਿਹਾ ਜਾਂਦਾ ਹੈ। ਹੋ ਗਿਆ ਡਾਊਟ ਕਲੀਅਰ? ਸਰ 5ਵਾਂ ਕੁਐਸਚਨ ਰਿਪੀਟ ਕਰ ਦਿਓ। ਨਹੀਂ ਸਰ, ਵੈਦਿਕ ਵਿੱਚ ਇੰਦਰ ਦੀ ਪੂਜਾ ਹੋਣ ਲੱਗੀ ਸੀ। ਹਾਂ, ਉਹੀ ਮੈਂ ਕਹਿ ਰਿਹਾ, ਜਿੰਨੀਆਂ ਵੀ ਮੈਂ ਐਨਸੀਈਆਰਟੀ ਪੜ੍ਹੀਆਂ ਉਹਨਾਂ ਦੇ ਵਿੱਚ ਵੈਦਿਕ ਪੀਰੀਅਡ ਦੇ ਵਿੱਚ ਹੀ ਇੰਦਰ ਦੇਵਤਾ ਜੋ ਹੈ ਪ੍ਰਮੁੱਖ ਮੰਨੇ ਗਏ ਸੀ। ਮੰਤਰਾਂ ਤੇ ਬਲੀ ਦੇ ਨਿਯਮਾਂ ਬਾਰੇ ਜਾਣਕਾਰੀ ਜੋ ਮਿਲਦੀ ਹੈ ਉਹ ਆਪਾਂ ਨੂੰ ਯਜੁਰਵੇਦ ਦੇ ਵਿੱਚ ਮਿਲਦੀ ਹੈ। ਠੀਕ ਹੈ, ਯਜੁਰਵੇਦ ਦੇ ਵਿੱਚ ਕਿਉਂਕਿ ਯੱਗਾਂ ਬਾਰੇ ਗੱਲ ਕੀਤੀ ਗਈ ਹੈ ਕਿ ਯੱਗ ਕਿਸ ਤਰ੍ਹਾਂ ਕਰਨੇ ਚਾਹੀਦੇ ਆ, ਕਿਹੜੀਆਂ ਹੂਤੀਆਂ ਕਿਸ ਸਮੇਂ ਕਿਹੜੇ ਮੰਤਰ ਦੇ ਉਚਾਰਨ ਦੇ ਸਮੇਂ ਦੇਣੀਆਂ ਚਾਹੀਦੀਆਂ, ਹੂਤੀ ਸਮੇਂ ਕੀ ਕੀ ਉਹਨਾਂ ਦੇ ਵਿੱਚ ਪਾਇਆ ਜਾਣਾ ਚਾਹੀਦਾ ਹੈ, ਉਹ ਸਾਰੇ ਜੋ ਲਿਖੇ ਹੋਏ ਆ ਯੱਗਾਂ ਬਾਰੇ, ਉਹ ਯਜੁਰਵੇਦ ਦੀ ਗੱਲ, ਯਜੁਰਵੇਦ ਉਸ ਬਾਰੇ ਹੀ ਗੱਲ ਕਰਦਾ ਹੈ। ਆਪਾਂ ਦੇਖਦੇ ਹਾਂ ਨਾ ਯੱਗ ਕਰਾਉਂਦੇ ਆ ਹਿੰਦੂ ਧਰਮ ਵਾਲੇ, ਯੱਗ ਕਾਫੀ ਸਾਰੇ ਕਰਾਉਂਦੇ ਆ, ਪੰਡਿਤ ਵਗੈਰਾ ਵੀ ਕਰਦੇ ਆ। ਸ਼ਾਦੀ ਸਮਾਰੋਹ ਦੇ ਵਿੱਚ ਹਿੰਦੂ ਧਰਮ ਵਾਲੇ ਇਸੇ ਤਰ੍ਹਾਂ ਹੀ ਵਿਆਹ ਕਰਾਉਂਦੇ ਆ, ਯੱਗ ਦੇ ਵਿੱਚ ਹੀ ਹੂਤੀਆਂ ਦਿੱਤੀਆਂ ਜਾਂਦੀਆਂ, ਯੱਗ ਦੇ ਦੁਆਲੇ ਹੀ ਫੇਰੇ ਲਏ ਜਾਂਦੇ ਆ। ਹਾਂਜੀ ਕਰਮਜੀਤ, ਲੈਫਟ ਕਰ ਸਕਦੇ ਹੋ, ਜਿਨ੍ਹਾਂ ਦੇ ਡਾਊਟ ਆ ਸਿਰਫ ਉਹ ਹੀ ਕਲੀਅਰ ਕਰ ਰਿਹਾ ਮੈਂ। ਸਰ ਅੱਜ ਵਾਲੀ ਵੀਡੀਓ ਅਪਲੋਡ ਹੋ ਗਈ ਜੀ? ਹਾਂਜੀ, ਵੀਡੀਓ ਸਾਰੀਆਂ ਹੀ ਅਪਲੋਡ ਹੁੰਦੀਆਂ। ਸਰ ਅੱਜ ਬਿਲਕੁਲ ਵੀ ਆਵਾਜ਼ ਨਹੀਂ ਆਈ ਹੈਗੀ, 3-4 ਕੁਐਸਚਨ ਰਹਿ ਵੀ ਗਏ ਨੇ ਸਰ, ਮੈਂ ਤਾਂ ਕਹਿ ਰਹੀ ਹਾਂ ਜੀ। ਹਾਂਜੀ, ਵੀਡੀਓ ਸਾਰੀਆਂ ਹੀ ਅਪਲੋਡ ਹੋਣਗੀਆਂ। ਓਕੇ ਓਕੇ ਜੀ, ਥੈਂਕ ਯੂ ਸਰ। ਹਾਂਜੀ, ਕਿਸੇ ਹੋਰ ਕੁਐਸਚਨ ਵਿੱਚ ਡਾਊਟ ਹੈ? ਪਹਿਲਾਂ ਪ੍ਰਕਿਰਤੀ ਸੀ, ਹਾਂ ਮਨਪ੍ਰੀਤ, ਮੈਂ ਉਹੀ ਕਹਿ ਰਿਹਾ, ਪਹਿਲਾਂ ਪ੍ਰਕਿਰਤੀ ਦੀ ਪੂਜਾ ਹੀ ਕਰਦੇ ਸੀ। ਇਹ ਮਾਸਟਰ ਕੇਡਰ ਵਾਲੇ ਆ ਨਾ, ਕਿਉਂਕਿ ਇਹਨਾਂ ਨੇ ਹਿਸਟਰੀ ਸਬਜੈਕਟ ਨੂੰ ਕਾਫੀ ਡੀਪਲੀ ਪੜ੍ਹਿਆ ਹੋਇਆ, ਸੋ ਹਿਸਟਰੀ ਦੇ ਵਿੱਚ ਇਹਨਾਂ ਨੂੰ ਹੋਰ ਕੁਝ ਵੀ, ਇਹਨਾਂ ਨੂੰ ਤਾਂ ਇਹ ਵੀ ਦੱਸਦੇ ਆ ਕਿ ਹੜੱਪਾ ਸਭਿਅਤਾ ਦੇ ਵਿੱਚ ਕਿਹੜੇ ਪੰਛੀ ਦੀ ਪੂਜਾ ਕੀਤੀ ਜਾਂਦੀ ਸੀ।
ਕਿਸੇ ਨੇ ਇੱਕ ਨੇ ਕੁਐਸਚਨ ਪੁੱਛਿਆ ਸੀ ਕਿ ਉਸ ਸਮੇਂ ਬਤਕ ਜਾਂ ਹੰਸ ਦੀ ਪੂਜਾ ਹੁੰਦੀ ਸੀ, ਲੇਕਿਨ ਜਿੰਨੀਆਂ ਵੀ ਮੈਂ ਬੁੱਕਸ ਪੜ੍ਹੀਆਂ ਉਹਦੇ ਵਿੱਚ ਇੱਕ ਹਾਜਾ ਪੰਛੀ ਦਾ ਨਾਂ ਜ਼ਰੂਰ ਪੜਿਆ। ਹਾਜਾ ਪੰਛੀ ਨੂੰ ਮੋਰ ਕਿਹਾ ਜਾਂਦਾ ਸੀ ਹੜੱਪਾ ਸਭਿਅਤਾ ਦੇ ਵਿੱਚ, ਠੀਕ ਹੈ। ਉਸ ਦਾ ਨਾਂ ਜ਼ਿਕਰ ਆਇਆ, ਲੇਕਿਨ ਇਹ ਪਤਾ ਨਹੀਂ ਕਿੱਥੋਂ ਬਤਕ ਔਰ ਹੰਸ ਦੀ ਬਾਰੇ ਪੜ੍ਹ ਰਹੇ ਆ, ਕਿਉਂਕਿ ਇਹ ਹਿਸਟਰੀ ਵਾਲੇ ਆ। ਸੋ ਮਾਸਟਰ ਕੇਡਰ ਵਾਲੇ ਜੋ ਹਿਸਟਰੀ ਵਾਲੇ ਆ ਉਹ ਮੋਸਟਲੀ ਕਾਫੀ ਡੀਪ ਹਿਸਟਰੀ ਪੜ੍ਹਦੇ ਆ, ਸੋ ਉਹਨਾਂ ਦਾ ਕੋਈ ਆਪਾਂ ਨਾਲ ਦੁਸ਼ਮਣੀ ਵਗੈਰਾ ਨਹੀਂ ਹੈ। ਸੋ ਕਿਉਂਕਿ ਹਾਂ ਡਾਊਟ ਕੋਈ ਗੱਲ ਨਹੀਂ, ਡਾਊਟ ਹੈ ਹੁੰਦਾ। ਹਾਂ, ਕਿਹੜਾ ਕੁਐਸਚਨ ਕਿਹਾ ਸੀ? ਇੱਕ ਮੈਸੇਜ ਆਇਆ ਸੀ ਸਰ, 8th ਕੁਐਸਚਨ ਵੀ ਰਿਪੀਟ ਕਰ ਦਿਓ। ਵੇਦ ਸਭ ਤੋਂ ਬਾਅਦ ਵਿੱਚ, ਕਿਹੜਾ ਵੇਦ ਸਭ ਤੋਂ ਬਾਅਦ ਵਿੱਚ ਲਿਖਿਆ ਗਿਆ ਸੀ? ਅਥਰਵ ਵੇਦ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ ਹੈ। ਅਥਰਵ ਵੇਦ ਦੇ ਵਿੱਚ ਕੀ ਲਿਖਿਆ ਗਿਆ ਸੀ? ਜੜੀ ਬੂਟੀਆਂ ਬਾਰੇ, ਟੋਨੇ ਟੋਟਕੇ ਸੀ, ਜਾਦੂ ਸੀ, ਤੰਤਰ ਮੰਤਰ ਸੀ, ਦਵਾਈਆਂ ਬਾਰੇ ਦੱਸਿਆ ਗਿਆ ਸੀ। ਇਹ ਸਭ ਬਾਰੇ ਅਥਰਵ ਵੇਦ ਦੇ ਵਿੱਚ ਜਾਣਕਾਰੀ ਮਿਲਦੀ ਹੈ, ਔਰ ਇਹ ਸਭ ਤੋਂ ਐਂਡ ਵਿੱਚ ਲਿਖਿਆ ਗਿਆ ਸੀ। ਜਿੰਨੇ ਵੀ ਵੇਦ ਆ ਉਹਨਾਂ ਦੀ ਇੱਕ ਸੀਕੁਐਂਸ ਹੈ। ਸਭ ਤੋਂ ਪਹਿਲਾਂ ਰਿਗਵੇਦ ਆਉਂਦਾ ਹੈ, ਫਿਰ ਸਾਮਵੇਦ, ਫਿਰ ਯਜੁਰਵੇਦ, ਫਿਰ ਅਥਰਵ ਵੇਦ। और कोई क्वेश्चन? 10th ਓਕੇ। ਜਾਤਕ ਕਥਾਵਾਂ ਜੋ ਸੀ ਉਹ ਬੁੱਧ ਧਰਮ ਨਾਲ ਜੁੜੀਆਂ ਹੋਈਆਂ ਸੀ। ਬੁੱਧ ਦੀਆਂ ਜੋ ਪੂਰਵ ਜਨਮ ਹੋਏ ਸੀ ਨਾ, ਉਹਨਾਂ ਬਾਰੇ ਕਹਾਣੀਆਂ ਸੀ। ਇਹਦੇ ਵਿੱਚ ਇੱਕ ਕਹਾਣੀ ਐਵੇਂ ਦੀ ਸੀ ਕਿ ਬੁੱਧ ਚੰਡਾਲ ਦਾ ਇੱਕ ਰੂਪ ਧਾਰਨ ਕਰਕੇ ਆਏ ਸੀ, ਔਰ ਉਹਨਾਂ ਨੇ ਉਹਨਾਂ ਨੇ ਆਪਣੇ ਪਿਤਾ ਤੋਂ ਹੀ ਭਿੱਖਿਆ ਮੰਗੀ, ਔਰ ਪਿਤਾ ਨੇ ਭਿੱਖਿਆ ਨਹੀਂ ਦਿੱਤੀ, ਮਤਲਬ ਭਿਕਸ਼ਾ ਨਹੀਂ ਦਿੱਤੀ। ਸੋ ਉਹਨਾਂ ਐਵੇਂ ਦੀਆਂ ਕਹਾਣੀਆਂ ਹੈਗੀਆਂ ਕਿ ਬੁੱਧ ਨੇ ਕਿਹੜੇ ਕਿਹੜੇ ਜੋ ਹੈ ਜਨਮ ਲਏ ਸੀ ਆਪਣੇ ਬੁੱਧ ਜੀਵਨ ਤੋਂ ਪਹਿਲਾਂ ਪਹਿਲਾਂ, ਉਹਨਾਂ ਬਾਰੇ ਹੀ ਕਹਾਣੀਆਂ ਸੀ ਜਾਤਕ ਕਥਾਵਾਂ। ਬੁੱਧ ਦੇ ਪੂਰਵ ਜਨਮਾਂ ਬਾਰੇ ਲਿਖਿਆ ਗਿਆ ਬੇਸਿਕਲੀ।